बिघन बिनासन सोए। एह आई कहते अबै दी सत ऊचे धाम। सुन पंडित सब कहत पे जी लय संग राम। वाहिगुरु जी का खालसा वाहिगुरु जी की फतेह। गुरु दर ते हाजिर गुरु सवारे खालसा जी, आप जी वडभागे हो जो 8वें पातशाह बाला प्रीतम सतगुरु जिस डिठै सब दुख जाए, इन्हां अजमतां वडियाइयां दे मालिक गुरु हरकृष्ण साहब महाराज जी दे पवित्र चरण छोह प्राप्त इतिहासक स्थान गुरुद्वारा बंगला साहब जी की यात्रा करदियां जुगो जुग अटल छतर चवर तखत दे मालिक धन 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 श्री गुरु ग्रंथ साहिब पातशाह महाराज जी दे हजूर मनुखा जीवन दियां घड़ियां नूं सफला कर रहे हो। सतगुरु सारियां दी यात्रा सफल करन। हुण समा है गुरु दरबार दे निजम अनुसार गुरु इतिहास दी चल रही लड़ीवार कथा दा अपनियां मन बिरतियां इकागर करो, रसना पवित्र कर दे एक बार। सारे उच्चारण करो जी सतनाम वाहिगुरु जी। ये इतिहास पहले पातशाह जहर पीर जगत गुरु कल तारण आए श्री गुरु नानक देव महाराज जी का है प्रसंग है। सतगुरु जी ने दूसरी उदासी आरंभ की है। तलवंडी दी नगरी तो जिसनों आपां ननकाना साहब कहने हाँ, सतगुरु जी तीर्थ अस्थानां वाले पासे चले ने। कुरुक्षेत्र तो हरिद्वार, हरिद्वार तो वृंदावन, वृंदावन तो सतगुरु अयोध्या पहुँचते हैं, जिसनों राम जन्म भूमि आप आखते हाँ। इत्थे जदों सतगुरु आए ने, होते जहां बेदी कुल दीपा, बैठे पंडित आन समीपा। तीर्थां दे विचों ये चौथा स्थान सी। जे सतगुरु जी की पहली उदासी नूं विच पा लईए ते 12-13 साल हो गए सन सतगुरु जी नूं भरमण करदिआं। सतगुरु जी मक्के काबे तो लैके मान सरोवर तक, समेर पर्वत तक
ਸਾਰੀਆਂ ਥਾਵਾਂ ਤੇ ਗਏ ਨੇ। ਹੁਣ ਜਦੋਂ ਸਤਿਗੁਰੂ ਅਯੁੱਧਿਆ ਪਹੁੰਚਦੇ ਨੇ, ਉੱਥੋਂ ਦੇ ਲੋਕਾਂ ਨੂੰ ਗੁਰੂ ਜੀ ਦੇ ਬਾਰੇ ਪਤਾ ਸੀ। ਸਾਰਿਆਂ ਨੂੰ ਨਹੀਂ ਹੋਏਗਾ, ਪਰ ਜਿਹੜੇ ਲੋਕ ਧਰਮ ਨਾਲ ਜ਼ਿਆਦਾ ਸੰਬੰਧਿਤ ਹੋਣਗੇ, ਧਰਮ ਦੇ ਪਠਨ ਪਾਠਣ ਦੀ, ਜਾਂ ਜਿਨ੍ਹਾਂ ਨੂੰ ਹੋਰ ਦੂਜੇ ਧਰਮਾਂ ਦੀ ਵੀ ਕੋਈ ਖੋਜ ਖਬਰ ਹੋਏਗੀ, ਉਹਨਾਂ ਨੂੰ ਪਤਾ ਸੀ। ਇਹੀ ਕਾਰਨ ਹੈ ਕਿ ਜਦੋਂ ਸਤਿਗੁਰੂ ਆਏ ਨੇ, ਬੈਠੇ ਪੰਡਤ ਆਣ ਸਮੀਪਾ, ਬੰਧਨ ਕਰੇ ਭਾਉ ਉਰ ਧਰ ਕੇ, ਹਰਖੈ ਸੁੰਦਰ ਰੂਪ ਨਿਹਰਖੈ। ਇਹ ਗੁਰੂ ਜੀ ਦੇ ਕੋਲ ਆ ਕੇ ਬੈਠੇ ਨੇ। ਇਹਨਾਂ ਨੇ ਆ ਕੇ ਗੁਰੂ ਜੀ ਨੂੰ ਮੱਥਾ ਟੇਕਿਆ। ਸਤਿਗੁਰੂ ਜੀ ਦਾ ਸਰੂਪ ਵੇਖ ਕੇ, ਜਿਸ ਨੂੰ ਆਪਾਂ ਕਹਿੰਦੇ ਦਰਸ਼ਨ ਕਰਨਾ, ਬੜੇ ਤ੍ਰਿਪਤ ਹੋਏ, ਬੜੇ ਨਿਹਾਲ ਹੋਏ ਨੇ। ਇੱਥੋਂ ਹੀ ਅੱਜ ਦੀ ਕਥਾ ਆਰੰਭ ਹੈ। ਆਪ ਜੀ ਬੜੇ ਪਿਆਰ ਦੇ ਨਾਲ ਸਰਵਣ ਕਰੋ। ਹਾਂਜੀ। ਭਈ ਸਮੀਪ ਪੂਰ ਜਬ ਪੀਰਾ, ਬੋਲੇ ਸਭ ਸੋ ਗੁਣੀ ਗਹੀਰਾ। ਜਦੋਂ ਵੱਡੀ ਭੀੜ ਇਕੱਠੀ ਹੋ ਗਈ, ਤਦੋਂ ਸਤਿਗੁਰੂ ਫਿਰ ਬੋਲੇ ਨੇ। ਇੱਕ ਸ਼ਬਦ ਗੁਰਬਾਣੀ ਦੇ ਵਿੱਚ ਜੋ ਦਾਸ ਬਹੁਤ ਵਾਰੀ, ਤਕਰੀਬਨ ਦੂਜੇ ਚੌਥੇ ਦਿਨ, ਇਸ ਦੀ ਸਾਂਝ ਤੁਹਾਡੇ ਨਾਲ ਜ਼ਰੂਰ ਕਰਦਾ ਹੈ ਕਿ ਵਕਤ ਵਿਚਾਰੇ ਸੋ ਬੰਦਾ ਹੋਏ। ਸਮੇਂ ਦੀ ਪਹਿਚਾਣ ਕਰਨੀ, ਸਮੇਂ ਦੀ ਸੰਭਾਲ ਕਰਨੀ, ਸਮੇਂ ਦੇ ਹਾਣੀ ਬਣ ਕੇ ਰਹਿਣਾ, ਔਰ ਸਮੇਂ ਨੂੰ ਵਿਚਾਰਨਾ। ਕਈ ਵਾਰੀ ਉਹੀ ਘਰ ਹੁੰਦਾ ਹੈ, ਉਹੀ ਬੰਦੇ ਹੁੰਦੇ ਨੇ, ਸਮਾਂ ਠੀਕ ਨਹੀਂ ਹੁੰਦਾ, ਘਰ ਵਿੱਚ ਮੌਤ ਹੋਈ ਹੁੰਦੀ ਹੈ। ਹੁਣ ਆਪਾਂ ਕਹੀਏ ਜੀ ਇਸੇ ਘਰ ਵਿੱਚ ਇਹੀ ਬੰਦੇ ਸੀ, ਉਦੋਂ ਇਹਨਾਂ ਨੇ ਮੇਰੀ ਆਓ ਭਗਤ ਬੜੀ ਕੀਤੀ, ਹੁਣ ਤੇ ਇਹਨਾਂ ਨੂੰ ਰੋਣ ਕਰ ਲਾਉਣ ਤੋਂ ਹੀ ਟਾਈਮ ਨਹੀਂ ਹੈ। ਇੱਕ ਵੇਲਾ ਉਹ ਵੀ ਹੋਏਗਾ ਜਦੋਂ ਕਦੇ ਤੁਸੀਂ ਦੁੱਖ ਵਿੱਚ ਆਏ ਹੋਵੋਗੇ, ਪਰ ਜਦੋਂ ਮੁੜ ਕੇ ਆਏ ਹੋਵੋਗੇ ਤਾਂ ਉਸ ਘਰ ਵਿੱਚ ਹੋ ਸਕਦਾ ਤੁਹਾਡਾ ਢੋਲ ਢਮੱਕੇ ਨਾਲ ਸਵਾਗਤ ਹੋਵੇ। ਹੁਣ ਤੁਸੀਂ ਕਹੋ ਜੀ ਇਹ ਜਦੋਂ ਪਹਿਲਾਂ ਆਏ ਸੀ ਉਦੋਂ ਤਾਂ ਐਵੇਂ ਹੀ ਰੋਈ ਜਾਂਦੇ ਸੀ, ਹੁਣ ਬੜਾ ਨੱਚਦੇ ਟੱਪਦੇ ਨੇ। ਦੁੱਖ ਤੇ ਸੁੱਖ ਦਾ ਇਹ ਵੱਖਰਾ ਵੱਖਰਾ ਸਮਾਂ ਹੈ। ਸਤਿਗੁਰੂ ਜੀ ਨੇ ਸਾਨੂੰ ਇਸ ਗੱਲ ਦੀ ਬੜੀ ਸੁਚੇਤਤਾ ਦਿੱਤੀ ਹੈ, ਵਕਤ ਨੂੰ ਜ਼ਰੂਰ ਵਿਚਾਰਨਾ ਚਾਹੀਦਾ ਹੈ। ਜਦੋਂ ਭੀੜ ਇਕੱਠੀ ਹੋਈ ਤਾਂ ਸਤਿਗੁਰੂ ਬੋਲੇ ਨੇ। ਜਦੋਂ ਲੋਕ ਇਕੱਠੇ ਹੋ ਗਏ, ਜਦੋਂ ਅਯੁੱਧਿਆ ਦੇ ਬੜੇ ਸਾਰੇ ਲੋਕ ਸਤਿਗੁਰੂ ਜੀ ਨੂੰ ਪਰਵਾਰ ਕੇ ਬੈਠੇ ਨੇ, ਭਈ ਸਮੀਪ ਭੂਰ ਜਬ ਭੀਰਾ, ਬੋਲੇ ਸਭ ਸੋ ਗੁਣੀ ਗਹੀਰਾ। ਸਾਰਿਆਂ ਨੂੰ ਸੰਬੋਧਨ ਹੋ ਕੇ ਸਤਿਗੁਰੂ ਜੀ ਪੁੱਛਦੇ ਨੇ, ਹਾਂਜੀ, ਰਾਮ ਗਏ ਲੈ ਕਰ ਸੰਗ ਨਗਰੀ, ਨੀਚ ਊਚ ਨਰ ਨਾਰੀ ਸਗਰੀ। ਸਤਿਗੁਰੂ ਕਹਿੰਦੇ ਭਾਈ ਅਸੀਂ ਤੇ ਸੁਣਿਆ ਸੀ ਕਿ ਜਦੋਂ ਸ਼੍ਰੀ ਰਾਮਚੰਦਰ ਜੀ ਦੁਨੀਆ ਤੋਂ ਗਏ, ਦੇਖੋ ਇਹਦੇ ਤੋਂ ਦੋ ਗੱਲਾਂ ਤੁਹਾਨੂੰ ਸਪਸ਼ਟ ਹੋਣਗੀਆਂ। ਪਹਿਲੀ ਜਿਹੜੀ ਰਾਮ ਗਏ ਰਾਵਣ ਗਏ, ਇਹ ਗੱਲ ਹੈ। ਹਾਲਾਂਕਿ ਸੱਚ ਹੈ ਕਿ ਰਾਵਣ ਪਹਿਲਾਂ ਗਿਆ, ਰਾਮਚੰਦਰ ਜੀ ਮਗਰੋਂ ਗਏ ਨੇ।
ਜਿਹੜੀ ਅਕਾਦਮਿਕ ਦੁਨੀਆ ਹੈ, ਜਿਹੜੇ ਪੜ੍ਹੇ ਲਿਖੇ ਲੋਕ ਨੇ, ਉਹ ਇਸ ਗੱਲ ਦੀ ਜ਼ਰੂਰ ਚਿੰਤਾ ਜਾਂ ਇਸ ਗੱਲ ਦਾ ਚਿੰਤਨ ਕਰਦੇ ਨੇ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਕੋਈ ਇੱਥੇ ਟਪਲਾ ਲੱਗ ਗਿਆ ਵੀ ਰਾਵਣ ਤੇ ਪਹਿਲਾਂ ਮਰਿਆ। ਰਾਵਣ ਨੂੰ ਤਾਂ ਸ਼੍ਰੀ ਰਾਮਚੰਦਰ ਜੀ ਨੇ ਖੁਦ ਮਾਰਿਆ ਸੀ। ਕਹਿਣਾ ਤੇ ਇਹ ਚਾਹੀਦਾ ਸੀ ਵੀ ਰਾਵਣ ਗਏ ਰਾਮ ਗਏ, ਪਰ ਸਤਿਗੁਰੂ ਜੀ ਕਹਿੰਦੇ ਨੇ ਰਾਮ ਗਏ ਰਾਵਣ ਗਏ, ਜਾਕੋ ਬਹੁ ਪਰਿਵਾਰ। ਫਿਰ ਉੱਥੇ ਸਾਨੂੰ ਗੁਰਬਾਣੀ ਦੇ ਸਿਧਾਂਤ ਨੂੰ ਸਮਝਣਾ ਹੋਏਗਾ। ਗੁਰੂ ਜੀ ਦੇ ਕਹਿਣ ਦਾ ਭਾਵ ਇਹ ਸੀ ਕਿ ਜਿਹੜਾ ਉਸ ਯੁੱਗ ਦਾ ਅਵਤਾਰ ਸੀ ਭਾਈ, ਉਹ ਵੀ ਚਲਾ ਗਿਆ, ਤੇ ਚਲਾ ਉਹ ਵੀ ਗਿਆ ਜਿਨੇ ਕਾਲ ਪਾਵੇ ਨਾਲ ਬੱਧਾ ਹੋਇਆ ਸੀ। ਹੁਣ ਜੇ ਆਪਾਂ ਉਸ ਸਥਿਤੀ ਨੂੰ ਲੈ ਕੇ ਬਹਿ ਜਾਈਏ ਵੀ ਪਹਿਲਾਂ ਕੌਣ ਮਰਿਆ ਤੇ ਉਹਦੀ ਗੱਲ ਕੁਝ ਹੋਰ ਹੈ। ਤੇ ਜੇ ਆਪਾਂ ਇਸ ਸਿਧਾਂਤ ਨੂੰ ਸੁਣੀਏ ਵੀ ਗੱਲ ਸ਼੍ਰੀ ਰਾਮਚੰਦਰ ਜੀ ਦੇ ਜਾਣ ਜਾਂ ਰਾਵਣ ਜੀ ਜਾਣ ਦੀ ਨਹੀਂ ਹੈ, ਗੱਲ ਇਹ ਹੈ ਕਿ ਸਾਨੂੰ ਇੱਕ ਸਿਧਾਂਤ ਦ੍ਰਿੜ ਕਰਾਇਆ ਜਾ ਰਿਹਾ ਹੈ ਕਿ ਭਾਈ ਇਹ ਦੁਨੀਆ ਦਾ ਜਿਹੜਾ ਮੁਕਾਮ ਹੈ ਇਹ ਫਾਨੀ ਹੈ, ਇੱਥੇ ਕੋਈ ਨਹੀਂ ਰਿਹਾ। ਇੱਥੇ ਵੱਡੇ ਵੱਡੇ ਰਿਸ਼ੀ ਮੁਨੀ ਅਵਤਾਰ ਆਏ ਪਰ ਸਭ ਚਲੇ ਗਏ। ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਭਾਈ ਅਸੀਂ ਤੇ ਸੁਣਿਆ ਸੀ ਕਿ ਰਾਮ ਗਏ ਲੈ ਕਰ ਸੰਗ ਨਗਰੀ, ਨੀਚ ਊਚ ਨਰ ਨਾਰੀ ਸਗਰੀ। ਕਿਹਾ ਤੇ ਹੀ ਜਾਂਦਾ ਵੀ ਸ਼੍ਰੀ ਰਾਮਚੰਦਰ ਜੀ ਜਦੋਂ ਗਏ ਤੇ ਉਹ ਆਪਣੀ ਪੂਰੀ ਨਗਰੀ ਵੀ ਨਾਲ ਲੈ ਗਏ। ਉਸ ਨਗਰੀ ਦੇ ਵਿੱਚ ਇਸਤਰੀਆਂ ਵੀ ਸੀ, ਪੁਰਖ ਵੀ ਸੀ। ਉਸ ਨਗਰੀ ਵਿੱਚ ਊਚ ਨੀਚ, ਉੱਚੀ ਨੀਵੀਂ ਜਾਤੀ ਵਾਲੇ ਵੀ ਸਾਰੇ ਸੀ ਕਿ ਉਹਨਾਂ ਨੇ ਆਪਣੀ ਨਗਰੀ ਦਾ ਕੋਈ ਮਨੁੱਖ ਧਰਤੀ ਤੇ ਨਹੀਂ ਛੱਡਿਆ, ਸਭ ਨੂੰ ਨਾਲ ਲੈ ਗਏ। ਜਿਵੇਂ ਅਸੀਂ ਗੁਰਬਾਣੀ 'ਚ ਪੰਕਤੀ ਪੜ੍ਹਦੇ ਆ ਨਾ ਕਿ ਸਭ ਪਰਿਵਾਰ ਚੜ੍ਹਾਇਆ ਬੇੜੇ, ਹੁਣ ਉੱਥੇ ਅਸੀਂ ਇਹੋ ਜਿਹੇ ਅਰਥ ਕਰਨ ਦੀ ਕੋਸ਼ਿਸ਼ ਕਰਦੇ ਆ, ਪਰ ਜੇ ਉਹਨੂੰ ਤੁਸੀਂ ਸਿਧਾਂਤਕ ਵਿਚਾਰਧਾਰਾ ਵਿੱਚ ਲੈ ਕੇ ਜਾਓਗੇ ਉਹਦੇ ਅਰਥ ਤੁਹਾਨੂੰ ਕੁਝ ਹੋਰ ਰੂਪ ਦੇ ਵਿੱਚ ਨਜ਼ਰ ਆਉਣਗੇ। ਹਾਂਜੀ। ਇਹ ਆਈ ਕਹਤੇ ਅਬੈ ਦੀ ਸਤ ਊਚੇ ਧਾਮ। ਉੱਥੇ ਫਿਰ ਉਹ ਸ਼ਬਦ ਦੇ ਅਰਥ ਹੋਣਗੇ ਕਿ ਮੋਹੇ ਮਿਲਿਓ ਪ੍ਰਭ ਆਪਣਾ, ਸੰਗੀ ਭਜੈ ਗੋਬਿੰਦ। ਉੱਥੇ ਉਹ ਜਿਹੜਾ ਸ਼ਬਦ ਹੈ ਨਾ, ਕਬੀਰ ਸਾਧੂ ਕੋ ਮਿਲਣਾ ਜਾਈਏ ਸਾਥ ਨਾ ਲੀਜੇ ਕੋਈ। ਉੱਥੇ ਸਾਥ ਨਾ ਲੀਜੇ ਕੋਈ ਦਾ ਅਰਥ ਇਹ ਨਹੀਂ ਹੈ ਕਿ ਤੁਸੀਂ ਬਾਲ ਬੱਚੇ ਨਾਲ ਨਹੀਂ ਲੈਣੇ। ਉੱਥੇ ਤੋਂ ਭਾਵ ਹੈ ਵੀ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਇਹ ਛੱਡ ਕੇ ਆਉਣਾ ਚਾਹੀਦਾ ਹੈ। ਅਸਲ ਵਿੱਚ ਸੰਗੀ ਸਾਡੇ ਤੇ ਹੀ ਨੇ ਨਾ, ਬਾਕੀ ਤਾਂ ਸਾਡੇ ਸੰਗੀ ਹੈ ਨਹੀਂ, ਨਾ ਉਹ ਸਾਡੇ ਨਾਲ ਪੈਦਾ ਹੋਏ ਨੇ, ਨਾ ਉਹਨਾਂ ਨੇ ਸਾਡੇ ਨਾਲ ਜਾਣਾ ਹੈ। ਸਭ ਦੀ ਵਾਰੀ ਆਪੋ ਆਪਣੀ ਹੈ। ਉੱਥੇ ਜਿਹੜਾ ਸਭ ਪਰਿਵਾਰ ਹੈ ਉਹਦੇ ਇੱਕ ਅਰਥ ਇਹ ਵੀ ਹੋਣਗੇ। ਦੂਸਰੇ ਅਰਥ ਜਿਹੜੇ ਨੇ ਉਹ ਬਾਹਰਮੁਖੀ ਵੀ ਹੋਣਗੇ, ਜਿਹਦੇ ਵਿੱਚ ਮਾਤਾ ਪਿਤਾ, ਭੈਣ ਭਰਾ, ਪਤੀ ਪਤਨੀ, ਧੀਆਂ ਪੁੱਤਰ ਸਾਰੇ ਆਉਣਗੇ। ਸਤਿਗੁਰੂ ਜੀ ਨੇ ਉਹਨਾਂ ਨੂੰ ਪੁੱਛਿਆ ਕਿ ਭਾਈ ਅਸੀਂ ਤੇ ਸੁਣਿਆ ਸੀ ਵੀ ਸਾਰੇ ਹੀ ਚਲੇ ਗਏ ਨੇ, ਇਹ ਆਈ ਕਿਹ ਤੇ ਅਬ ਦੀਸਤ ਉੱਚੇ ਧਾਮ। ਤੇ ਆ ਜਿਹੜੀ ਨਗਰੀ ਜਿੱਥੇ ਅਸੀਂ ਆ ਕੇ ਬੈਠੇ ਆ ਇਹ ਕਿੱਥੋਂ ਆਈ ਹੈ? ਆਈਡੀਆਂ ਉੱਚੀਆਂ ਉੱਚੀਆਂ ਮਹਿਲ ਮਾੜੀਆਂ ਇਹ ਕਿੱਥੋਂ ਆਈਆਂ ਨੇ? ਜੇ ਸ਼੍ਰੀ ਰਾਮਚੰਦਰ ਜੀ ਨਗਰੀ ਨਾਲ ਲੈ ਗਏ ਸੀ ਤਾਂ ਹੁਣ ਇਹ ਨਗਰੀ ਕਿੱਥੋਂ ਆਈ ਹੈ? ਹਾਂਜੀ। ਸੁਨ ਪੰਡਤ ਸਭ ਕਹਿਤ ਪੇ, ਜੀ ਲਏ ਸੰਗ ਰਾਮ। ਫਿਰ ਉਹ ਜਿਹੜੇ ਪੰਡਤ ਸੀ ਉਹਨਾਂ ਨੇ ਸੁਣਿਆ ਤਾਂ ਸਤਿਗੁਰੂ ਜੀ ਨੂੰ ਉੱਤਰ ਦਿੱਤਾ। ਆਖਿਆ ਮਹਾਰਾਜ
ਜਿਹੜੇ ਸ਼੍ਰੀ ਰਾਮਚੰਦਰ ਜੀ ਸਨ ਉਹ ਧਰਤੀ ਨਾਲ ਲੈ ਕੇ ਨਹੀਂ ਸੀ ਗਏ। ਇੱਥੇ ਬਣੀਆਂ ਮਹਿਲ ਮਾੜੀਆਂ ਮਕਾਨ ਕੋਠੇ ਇਹ ਚੀਜ਼ਾਂ ਨਾਲ ਲੈ ਕੇ ਨਹੀਂ ਸੀ ਗਏ। ਉਹ ਕੇਵਲ ਇੱਥੇ ਰਹਿਣ ਵਾਲੇ ਜਿਹੜੇ ਜੀਵ ਸਨ, ਇਸਤਰੀਆਂ ਪੁਰਖ ਸਨ, ਅਮੀਰ ਗਰੀਬ ਸਨ, ਊਚ ਨੀਚ ਸਨ, ਉਹਨਾਂ ਨੂੰ ਨਾਲ ਲੈ ਕੇ ਗਏ ਨੇ ਆਪਣੇ। ਹਾਂਜੀ। ਮੰਦਰ ਸਭ ਧਰਨੀ ਪਰ ਰਹੇ, ਗਏ ਬੈਕੁੰਠ ਜੀਵ ਜੇ ਆਹੇ। ਧਰਨੀ ਦੇ ਉੱਤੇ ਮੰਦਰ ਉਦੋਂ ਵੀ ਸਨ, ਹੁਣ ਵੀ ਹੈ। ਮੰਦਰ ਉਦੋਂ ਦੇ ਹੀ ਸੁਸ਼ੋਭਿਤ ਨੇ, ਘਰ ਜਿਹੜੇ ਨੇ ਉਹ ਉਦੋਂ ਦੇ ਹੀ ਇੱਥੇ ਨੇ, ਜੀਵ ਜ਼ਰੂਰ ਗਏ ਨੇ। ਪੰਡਤਾਂ ਨੇ ਖੁਦ ਹੀ ਦੱਸ ਦਿੱਤਾ ਕਿ ਮਹਾਰਾਜ ਲੋਕਾਂ ਦੇ ਮਕਾਨ ਨਹੀਂ ਗਏ, ਲੋਕਾਂ ਦਾ ਘਰ ਮਾਲ ਧਨ ਅਸਬਾਬ ਨਹੀਂ ਗਿਆ, ਕੇਵਲ ਪ੍ਰਾਣੀ ਜਿਹੜੇ ਇੱਥੇ ਸੀ, ਮਨੁੱਖ ਜਿਹੜੇ ਸੀ, ਹਾਂ ਉਹ ਭਾਵੇਂ ਅਮੀਰ ਸੀ ਭਾਵੇਂ ਗਰੀਬ ਸੀ, ਉਹਨਾਂ ਨੂੰ ਸ਼੍ਰੀ ਰਾਮਚੰਦਰ ਜੀ ਆਪਣੇ ਨਾਲ ਲੈ ਕੇ ਗਏ ਨੇ ਬੈਕੁੰਠ ਧਾਮ। ਸ਼੍ਰੀ ਨਾਨਕ ਪੁਨ ਬੈਨ ਉਚਾਰੇ, ਗਏ ਬੈਕੁੰਠ ਸੋ ਦਰਸ਼ ਨਿਹਾਰੇ। ਸਤਿਗੁਰੂ ਪਿਤਾ ਮਹਾਰਾਜ ਕਹਿਣ ਲੱਗੇ, ਭਾਈ ਕੌਣ ਗਏ? ਉਹੀ ਗਏ ਨਾ ਜਿਨ੍ਹਾਂ ਨੇ ਸ਼੍ਰੀ ਰਾਮਚੰਦਰ ਜੀ ਦੇ ਦਰਸ਼ਨ ਕੀਤੇ, ਜਿਨ੍ਹਾਂ ਨੇ ਉਹਨਾਂ ਦੀ ਸੰਗਤ ਕੀਤੀ ਹੋਏਗੀ, ਜਿਨ੍ਹਾਂ ਨੇ ਉਹਨਾਂ ਦੀ ਸੇਵਾ ਕੀਤੀ ਗਈ ਹੋਏਗੀ। ਹੁਣ ਇਹਦੇ ਚੋਂ ਬੜੇ ਸਾਰੇ ਹੋਣਗੇ ਜਿਹੜੇ ਸਿਰਫ ਅਵਤਾਰਵਾਦ ਨੂੰ ਮੁੱਖ ਰੱਖ ਕੇ ਕਟਾਕਸ਼ ਵੀ ਕਰਨਗੇ, ਪਰ ਜੇ ਇਹਨੂੰ ਗੁਰਮਤਿ ਦੇ ਸਿਧਾਂਤ ਨਾਲ ਜੋੜਨ ਦਾ, ਸਿੱਖਿਆ ਲੈਣ ਦੀ ਆਪਾਂ ਯਤਨ ਕਰੀਏ, ਗੱਲ ਕਰੀਏ, ਤਾਂ ਗੱਲ ਤਾਂ ਬਹੁਤ ਵੱਡੀ ਹੈ। ਵੀ ਜੇ ਇਸ ਮਨੌਤ ਨੂੰ ਮੰਨ ਲਿਆ ਜਾਏ ਤਾਂ ਫਿਰ ਮਨੌਤ ਤਾਂ ਇਹੀ ਹੈ ਕਿ ਜਿਨ੍ਹਾਂ ਨੇ ਭਾਈ ਉਹਨਾਂ ਦੇ ਦਰਸ਼ਨ ਕੀਤੇ, ਜਿਨ੍ਹਾਂ ਨੇ ਉਹਨਾਂ ਦੀ ਸੇਵਾ ਕੀਤੀ, ਜਿਨ੍ਹਾਂ ਨੇ ਉਹਨਾਂ ਦੀ ਸੰਗਤ ਕੀਤੀ, ਉਹ ਤਰ ਗਏ। ਹਾਂਜੀ। ਅਬ ਤੁਮ ਤਹਿ ਕੋ ਸਿਮਰੋ ਨਾਮੂ, ਹੋਏ ਤੁਮਾਰੋ ਬੈਕੁੰਠ ਧਾਮੂ। ਸਤਿਗੁਰੂ ਉਹਨਾਂ ਪੰਡਤ ਜਨਾਂ ਨੂੰ ਕਹਿਣ ਲੱਗੇ, ਫਿਰ ਹੁਣ ਤੁਸੀਂ ਨਾਮ ਜਪਿਆ ਕਰੋ, ਤੁਸੀਂ ਉਸ ਪਰਮੇਸ਼ਰ ਦਾ ਨਾਮ ਸਿਮਰੋ ਤਾਂ ਕਿ ਤੁਹਾਨੂੰ ਵੀ ਬੈਕੁੰਠ ਧਾਮ ਪ੍ਰਾਪਤ ਹੋਵੇ, ਤੁਸੀਂ ਵੀ ਮੁਕਤੀ ਨੂੰ ਹਾਸਲ ਹੋਵੋ। ਜਿਵੇਂ ਤੁਹਾਡੇ ਤੋਂ ਪਹਿਲਾਂ ਤੁਹਾਡੇ ਵਡੇਰਿਆਂ ਦਾ ਪਾਰ ਉਤਾਰਾ ਹੋਇਆ, ਇਹ ਗਤ ਤੁਹਾਨੂੰ ਵੀ ਪ੍ਰਾਪਤ ਹੋ ਸਕੇ। ਹਾਂਜੀ। ਗੁਰ ਸੋਹ ਮਿਲ ਭਗਤੀ ਉਰ ਤਾਰੋ, ਧਿਆਨ ਕਰੋ ਬੰਧਨ ਛੁਟਕਾਰੋ। ਗੁਰ ਸੋਂ ਮਿਲ ਭਗਤੀ ਉਰ ਤਾਰੋ, ਗੁਰੂ ਨੂੰ ਮਿਲੋ, ਭਗਤੀ ਧਾਰਨ ਕਰੋ। ਵੇਖੋ, ਮੈਂ ਰੋਜ਼ ਬੇਨਤੀ ਕਰਦਾ ਕਿ ਗੁਰੂ ਤੋਂ ਬਿਨਾਂ ਗਿਆਨ ਨਹੀਂ ਹੈ। ਹੁਣ ਅਸੀਂ ਬੰਦਿਆਂ ਮਗਰ ਤੁਰੇ ਫਿਰਦੇ ਹਾਂ, ਕਿਤਾਬਾਂ ਮਗਰ ਤੁਰੇ ਫਿਰਦੇ ਹਾਂ, ਅਸੀਂ ਟੀਚਰਾਂ ਪ੍ਰੋਫੈਸਰਾਂ ਮਗਰ ਤੁਰੇ ਫਿਰਦੇ ਹਾਂ, ਦੇਹਧਾਰੀਆਂ ਮਗਰ ਤੁਰੇ ਫਿਰਦੇ ਹਾਂ, ਜਿਹੜੇ ਸੋ ਕਾਲਡ ਗੁਰੂ ਨੇ ਅਸੀਂ ਉਹਨਾਂ ਮਗਰ ਭੱਜੇ ਫਿਰਦੇ ਹਾਂ। ਨਹੀਂ, ਇਹ ਜ਼ਰੂਰ ਚੇਤਾ ਰੱਖਣਾ ਕਿ ਗੁਰੂਆਂ ਦੀਆਂ ਵੀ ਸੰਸਾਰ ਵਿੱਚ 4 ਜਾਤੀਆਂ ਨੇ, 4 ਕਿਸਮ ਦੇ, 4 ਵੈਰਾਈਟੀਆਂ ਦੇ ਗੁਰੂ ਮਿਲਣਗੇ ਤੁਹਾਨੂੰ ਮਾਰਕੀਟ ਵਿੱਚ। ਜੇ ਗੁਰੂ ਲੈਣ ਵੀ ਜਾਓਗੇ, ਜਿਵੇਂ ਅੱਜ ਕੱਲ੍ਹ ਹੈ ਨਾ, ਤੁਸੀਂ ਗੱਡੀ ਲੈਣ ਜਾਓ ਤੇ ਪੁੱਛਦੇ ਨੇ ਕਿਹੜੀ ਲੈਣੀ ਹੈ। ਹੁਣ ਕਿਹੜੀ ਦੇ ਵਿੱਚ ਵੀ ਉਹ ਫਿਰ ਕੇ ਪੁੱਛਦੇ ਨੇ ਵੀ ਇਹਦੇ 'ਚ ਮਾਡਲ ਕਿਹੜਾ ਲੈਣਾ ਹੈ, ਤੁਸੀਂ ਬੇਸਿਕ ਲੈਣਾ ਹੈ, ਫੁੱਲੀ ਲੋਡਡ ਲੈਣਾ ਹੈ, ਤੁਸੀਂ ਦੱਸੋ ਲੈਣਾ ਕਿਹੜਾ ਹੈ। ਇੱਦਾਂ ਦੇ ਗੁਰੂ ਵੀ ਮਿਲਦੇ ਨੇ, ਸਿੰਪਲ ਵੀ ਮਿਲਦੇ ਨੇ, ਫੁੱਲੀ ਲੋਡਡ ਵੀ ਮਿਲਦੇ ਨੇ, ਜਿਹੋ ਜਿਹਾ ਮਰਜ਼ੀ ਲੈ ਲਓ ਤੁਸੀਂ। ਸਾਨੂੰ ਦੀਪਕ ਗੁਰੂ ਚਾਹੀਦਾ ਹੈ, ਸਾਨੂੰ ਭ੍ਰਿੰਗੀ ਗੁਰੂ ਨਹੀਂ ਚਾਹੀਦਾ, ਸਾਨੂੰ ਬਾਮਣ ਚੰਦਰ ਗੁਰੂ ਨਹੀਂ ਚਾਹੀਦਾ, ਸਾਨੂੰ ਗੁਰੂ ਵੀ ਨਹੀਂ ਚਾਹੀਦਾ। ਸਾਡਾ ਇਹਨਾਂ ਨਾਲ ਗੁਜ਼ਾਰਾ ਨਹੀਂ ਹੈ। ਸਾਨੂੰ ਲੋੜ ਹੈ ਜਿਹੜਾ ਦੀਪਕ ਗੁਰੂ ਹੋਵੇ। ਸਤਿਗੁਰੂ ਕਹਿਣ ਲੱਗੇ, ਗੁਰ ਸੋਂ ਮਿਲ ਭਗਤੀ ਉਰ ਧਾਰੋ, ਧਿਆਨ ਕਰੋ ਬੰਧਨ ਛੁਟਕਾਰੋ। ਫਿਰ ਇਸ ਪਾਸੇ ਆਪਣਾ ਧਿਆਨ ਕਰੋ, ਆਪਣੀ ਸੁਰਤੀ ਨੂੰ ਜੋੜੋ,
ਹੁਣ एक गल तो असीं ਮੰਨ ਲਈ ना कि तुहाडा बच्चा जिहड़ा है इनू समझण की लोड़ है, बच्चे की धुन किधर है, बच्चे की लिव किधर है, तुहाडे बच्चे की डायरैक्शन की है। तुसीं बड़ा बच्चे नू मोल्ड करदे हो, मोड़दे हो, सोसाइटी तो मोड़दे हो, पढ़ाई तो भी कई बारी असीं कोशिश करते हैं कि बच्चा कंप्यूटर लाइन में ना जाए, इधर मैडिकल लाइन में ना जाए, इधर चला जाए, उधर चला जाए, पर यह सारा कुछ साड़ी मर्जी मुताबिक नहीं होंदा। जिहड़े राजनेता लोग होंदे ने वो तो चाहते ही नहीं भी साडा बच्चा लॉ करे, ये भी मुड़ के राजनीति करे। जिहड़े दूसरे लोग ने वो कहते ने नहीं, बड़ी पीसफुल जिंदगी होनी चाहिए है, खाने तो 2 फुलके ही ने, ते कटनी तो उम्र ही है ना, तो जिथे 4 रोटियां ठीक मिलदियां होण बंदे नूं उस लाइन में चले जाना चाहिए। तो इस करके जिहड़ा गुरु है, गुरु तुहानूं दसेगा कि असल विच तुहानूं किहड़े रस्ते ते चलना चाहिए। देखो सिख धर्म दे विच तुसीं रोज़ सुणदे हो, गुरु ने पहली गल किसी किरत नूं माड़ा नहीं किया, ईवन राजे नूं भी माड़ा नहीं किया। अगर कोई राजा भी है तो सतगुरु की बाणी च लिखिया है, सुल्तान होवां मेल लश्कर तख्त राखा पाओ, हुक्म हासिल करी बैठा नानका सब वाओ, मत देख भूलां विसरै तेरा चित ना आवे ना, मता परमात्मा मैं भुल जावां, तखत ते बह के मैनू परमात्मा नहीं भुलना चाहिए। जिस व्यक्ति नूं जिस थां ते भी रब याद है वो उदा उस थां ते बैठना मुबारक है भाई। तुहानूं जिहड़े काम विच रब याद है वो काम भी मुबारक है। जिथे रब भुलदा है सारे कलेश उत्थों शुरू होंदे ने, सारे दुख उत्थों शुरू होंदे ने, सारियां दुश्वारियां दा जन्म उत्थों शुरू होंदा है। जदों परमात्मा भुलदा है, परमेश्वर ते भुलिया व्यापण सभे रोग, ध्यान करो बंधन छुटकारो। सतगुरु कहंदे गुरु नूं मिलो, गुरु दे कोलों भगती लवो, अपना ध्यान जोड़ो, बंधन कट लो। बंधन की ने कि सारे बंधन की तुसी सोचते हो भी कानून के बंधन ने ना, कोई कानून का बंधन नहीं है। कि सारे बंधन जेड़े ने वो किसी सरकारी किसी कोर्ट के फैसले विच ने नहीं भाई। बड़े लोग ने जेलों तोड़ के भी भज जाते हैं, जेलों के अंदर भी मर्डर कर देंगे ने। मैं एक दिन बैठा गल सुन रहा सी, कहते ज्ञानी जी तुसीं उहनूं जाणदे? मैं कहा हाँ। कहते उहदे कोलों मर्डर हो गया सी। मैं कहा मैनूं इस गल का नहीं पता। कहते जेल चला गया। कहते जेल च जाके एक मर्डर उन्हें होर कर दिता, सारी उम्र ही चला गया। हुण कई लोग ऐसे ने जिहड़े सारी उम्र कुत्ते नूं डंडा नहीं मारदे, तो कई जाके जेल च भी बंदा मार देंदे ने। हुण उन्होंने जेल च पा के भी की करोगे? मेरे एक दोस्त नूं सवेरे सवेरे गिफ्ट आउंदा है, जिवें उन्हें अपना दफ्तर खोलिया, अपने कुर्सी ते बैठा, तो जिहड़ा गार्ड सी उन्हें आके जां वाचमैन जिहड़ा सी उन्हें कहा सर तुहाडा गिफ्ट आया। उन्हें खोलिया, उहदे च एक चिट्ठी सी ते कई गोलियां सी रिवाल्वर दियां 11-12 असल गोलियां। तो उहदे च लिखिया सी भी इन्ने पैसे इत्थे पहुँचा दिओ, आ मेरा नाम है, आ मेरा टैलीफोन नंबर है। उन्हें लिखा आ मेरा नाम है, आ मेरा टैलीफोन नंबर है, इन्ने पैसे मैनू पहुँचा दिओ। हुण केस पुलिस को चला गया, पुलिस ने बंदा अरेस्ट कर लिया। जज ने पूछया चिट्ठी तेरी है?
ਕਹਿੰਦਾ ਜੀ ਮੇਰੀ ਹੈ। ਲੈ ਦੱਸੋ ਕਰ ਲਓ, ਕੀ ਕਰ ਲੋਗੇ ਤੁਸੀਂ? ਉਹ ਕਹਿੰਦਾ ਗੋਲੀਆਂ, ਕਹਿੰਦਾ ਜੀ ਗੋਲੀਆਂ ਵੀ ਮੇਰੀਆਂ ਨੇ। ਟੈਲੀਫੋਨ ਨੰਬਰ, ਕਹਿੰਦਾ ਜੀ ਉਹ ਵੀ ਮੇਰਾ ਹੈ। ਉਹ ਕਹਿੰਦਾ ਲਿਖੀ ਕਿਉਂ ਹੈ? ਕਹਿੰਦਾ ਜੀ ਮੇਰਾ ਧੰਦਾ ਹੀ ਇਹਦੇ ਸਿਰ ਤੇ ਚੱਲਦਾ ਹੈ। ਇੱਕ ਪਾਸੇ ਤੋਂ ਲੈ ਕੇ ਦੂਜੇ ਪਾਸੇ ਤੱਕ ਮਹੀਨਾ ਲੈਣਾ, ਮੈਂ ਇੱਦਾਂ ਹੀ ਲੈਣਾ। ਉਹ ਕਹਿੰਦਾ ਮੈਂ ਤੈਨੂੰ ਜੇਲ੍ਹ ਭੇਜ ਦਿਆਂਗਾ, ਕਹਿੰਦਾ ਮਹੀਨਾ ਫਿਰ ਵੀ ਆ ਜਾਏਗਾ। ਲੈ ਕਰ ਲਓ, ਕੀ ਕਰ ਲੋਗੇ ਤੁਸੀਂ? ਧਰਮ ਨੂੰ ਸਮਝਣ ਦੀ ਲੋੜ ਹੈ। ਸਾਰੀ ਦੁਨੀਆ ਇਦਾਂ ਨਹੀਂ ਬੱਧੀ ਹੋਈ, ਨਾ ਹੀ ਇਦਾਂ ਬੱਝ ਸਕਦੀ ਹੈ। ਪਰ ਸਾਡੇ 'ਚ ਬੜੇ ਲੋਕ ਨੇ ਰਸੋਈ 'ਚ ਹੀ ਬੱਝੇ ਹੋਏ ਨੇ, ਘਰ ਦੀ ਚਾਰ ਦੀਵਾਰੀ ਵਿੱਚ ਬੱਧੇ ਹੋਏ ਨੇ, ਪਰਿਵਾਰ ਦੀ ਇੱਜ਼ਤ ਸ਼ਰਮ ਦੇ ਵਿੱਚ ਬੱਧੇ ਹੋਏ ਨੇ, ਪਰਿਵਾਰ ਦੀਆਂ ਸੰਸਕ੍ਰਿਤੀਆਂ ਵਿੱਚ ਬੱਧੇ ਹੋਏ ਨੇ। ਸੀਨਾ ਬਸੀਨਾ ਜਿਹੜੀ ਪਰਿਵਾਰ ਦੀ ਰਹੁ ਰੀਤ ਮਰਿਆਦਾ ਹੈ, ਅਸੀਂ ਉਹਦੇ ਵਿੱਚ ਬੱਧੇ ਹੋਏ ਹਾਂ। ਮਾਸਾ ਨਹੀਂ ਅੱਗੇ ਪਿੱਛੇ ਹੁੰਦੇ। ਵਿਆਹ ਸ਼ਾਦੀ ਵੀ ਹੋਵੇ, ਕਹਿੰਦੇ ਨਹੀਂ ਜੀ ਸਾਡੇ ਵੱਡੇ ਤੇ ਇਦਾਂ ਹੀ ਕਰਦੇ ਸੀ। ਸਤਿਗੁਰੂ ਕਹਿੰਦੇ ਨਾ ਬੰਧਨਾਂ ਤੋਂ ਮੁਕਤ ਹੋ। ਤੇ ਬੰਧਨਾਂ ਤੋਂ ਮੁਕਤ ਹੋਣ ਦਾ ਅਰਥ ਅਵਾਰਾ ਹੋਣਾ ਨਹੀਂ ਹੈ। ਜਿਹੜਾ ਅੱਜ ਅਰਥ ਕੀਤੇ ਗਏ ਨੇ ਇਹ ਬੜੇ ਮਾੜੇ ਨੇ। ਅੱਜ ਮੇਰੇ ਵਰਗਿਆਂ ਨੇ ਇਹ ਪ੍ਰਚਾਰ ਕਰ ਕਰਕੇ ਵੀ ਨਹੀਂ ਜੀ ਇਹ ਤੋੜ ਦਿਓ ਜੀ, ਤੋੜਨ ਦਾ ਅਰਥ ਕੀ ਨਿਕਲਿਆ? ਲੋਕ ਉਦਾਂ ਹੀ ਅਵਾਰਾ ਹੋ ਗਏ। ਆ ਵੇਖਿਆ ਹੀ ਹੈ, ਕੋਈ ਪਿੱਛੇ ਜੂੜਾ ਕਰੀ ਫਿਰਦਾ, ਕੋਈ ਗੁੱਤ ਕਰੀ ਫਿਰਦਾ, ਕੋਈ ਬਿਨਾ ਪੈਂਟ ਪਜਾਮੇ ਤੋਂ ਹੀ ਤੁਰਿਆ ਫਿਰਦਾ। ਮੈਂ ਸ਼ਾਮੀ ਇੱਕ ਭੈਣ ਨੂੰ ਵੇਖਣ ਡਿਆ ਸੀਗਾ, ਮਤਲਬ ਬਿਲਕੁਲ ਲੱਜਤ ਅਸੀਂ ਹੁੰਦੇ ਹੀ ਨਹੀਂ। ਬਿਲਕੁਲ ਸਾਨੂੰ ਕੋਈ ਲੱਜਾ ਨਹੀਂ ਹੈਗੀ ਵੀ ਕੀ ਇੰਨੇ ਘੱਟ ਕੱਪੜੇ ਪਾ ਕੇ ਵੀ ਬੰਦਾ ਗੁਰਦੁਆਰੇ ਆ ਸਕਦਾ। ਇੰਨੇ ਘੱਟ ਕੱਪੜੇ ਪਾ ਕੇ ਤੇ ਬੰਦਾ ਘਰ 'ਚ ਡਰਾਇੰਗ ਰੂਮ 'ਚ ਨਹੀਂ ਬਹਿੰਦਾ। ਉੱਥੇ ਵੀ ਲੋਕਾਂ ਨੇ ਘਰ ਦੇ ਕੁੜਤਾ ਪਜਾਮਾ ਵੱਖਰਾ ਰੱਖਿਆ ਹੁੰਦਾ ਵੀ ਨਹੀਂ ਘਰ ਮਾਵਾਂ ਭੈਣਾਂ ਧੀਆਂ 'ਚ ਬਹਿਣਾ ਬਈ, ਇੱਦਾਂ ਨਹੀਂ ਬਹਿਣਾ। ਰਾਤ ਨੂੰ ਵੀ ਸੌਣ ਲੱਗਿਆ ਲੋਕਾਂ ਨੇ ਨਾਈਟ ਸੂਟ ਵੱਖਰੇ ਰੱਖੇ ਹੋਏ ਨੇ। ਤੋ ਇਸ ਕਰਕੇ ਬੰਧਨ ਤੋੜਨ ਦਾ ਅਰਥ ਅਵਾਰਾ ਹੋਣਾ ਨਹੀਂ ਕਰਨਾ। ਇਹ ਗੁਨਾਹ ਹੋ ਜਾਏਗਾ, ਪਾਪ ਹੋ ਜਾਏਗਾ। ਤੋ ਇਸ ਕਥਾ ਦੇ ਵਿੱਚ ਆਉਂਦਾ ਸਤਿਗੁਰੂ ਕਹਿੰਦੇ ਭਾਈ ਗੁਰੂ ਨੂੰ ਮਿਲੋ, ਭਗਤੀ ਕਰੋ। ਤੇ ਗੁਰੂ ਦੀ ਭਗਤੀ ਕੀ ਕਹਿੰਦੀ ਹੈ? ਗੁਰੂ ਦੀ ਭਗਤੀ ਕਹਿੰਦੀ ਧਿਆਨ ਕਰੋ। ਧਿਆਨ ਹੈ ਇਕਾਗਰਤਾ, ਆਪਣੀ ਇੱਛਾ ਸ਼ਕਤੀ ਨੂੰ ਰੋਕਣਾ, ਇਕੱਠਾ ਕਰਨਾ। ਹਾਂਜੀ। ਸਤਿਗੁਰ ਦਰਸ਼ ਸਫਲ ਸੁਖਦਾਈ, ਜਪੋ ਨਾਮ ਹਵੈ ਅੰਤ ਸਹਾਈ। ਸਤਿਗੁਰੂ ਦੇ ਦਰਸ਼ਨ, ਸਤਿਗੁਰੂ ਦੀ ਸੇਵਾ ਸਫਲ ਹੈ ਜਦੋਂ ਤੁਸੀਂ ਨਾਮ ਜਪੋਗੇ ਤੇ ਅੰਤ ਵੇਲੇ ਉਹ ਨਾਮ ਤੁਹਾਡੇ ਕੰਮ ਆਵੇਗਾ, ਤੁਹਾਡੀ ਮੁਕਤੀ ਕਰੇਗਾ। ਹਾਂਜੀ। ਗੁਰਮੁਖ ਹੋਵੋ ਤਜੋ ਬਿਕਾਰਾ, ਆਪ ਤਰੁ ਕਰ ਪਿਤਰ ਉਦਾਰਾ। ਫਿਰ ਸਤਿਗੁਰੂ ਕਹਿੰਦੇ ਨੇ ਭਾਈ ਤੁਸੀਂ ਗੁਰਮੁਖ ਬਣੋ, ਵਕਾਰ ਛੱਡੋ, ਆਪ ਵੀ ਤਰੋ। ਆਪਣੇ ਵੱਡੇ ਵਡੇਰੇ ਜਿਹੜੇ ਬਜ਼ੁਰਗ ਨੇ, ਜਿਹੜੇ ਪ੍ਰਾਣੀ ਸੰਸਾਰ ਤੋਂ ਚਲੇ ਗਏ ਨੇ, ਤੁਸੀਂ ਉਹਨਾਂ ਦਾ ਵੀ ਉਧਾਰ ਕਰ ਸਕਦੇ ਹੋ। ਪਿਤਰੀ ਹੋਏ ਉਧਾਰੋ ਸੋ ਹਰ, ਉਹ ਜਿਹੜਾ ਵਾਹਿਗੁਰੂ ਹੈ ਉਹਦੀ ਆਰਾਧਨਾ ਕਰਨੀ ਹੈ। ਪੂਤਾ ਮਾਤਾ ਕੀ ਅਸੀਸ, ਨਿਮਖ ਨਾ ਬਿਸਰੋ ਤੁਮ ਕੋ ਹਰ ਹਰ, ਸਦਾ ਭਜੋ ਜਗਦੀਸ਼। ਸਤਿਗੁਰੂ ਕਹਿੰਦੇ ਭਾਈ ਉਸ ਵਾਹਿਗੁਰੂ ਨੂੰ ਯਾਦ ਕਰੋ। ਕਿਹਨੂੰ ਕਰਨਾ ਹੈ? ਜਿਹਦੇ ਨਾਲ ਤੁਹਾਡਾ ਨਹੀਂ, ਤੁਹਾਡੇ ਬਜ਼ੁਰਗਾਂ ਦਾ, ਤੁਹਾਡੇ ਮਰਿਆ ਹੋਇਆਂ ਦਾ ਵੀ ਉਧਾਰ ਹੋਵੇਗਾ। ਹਾਂਜੀ। ਸੁਨ ਪੰਡਤ ਬੂਝਣ ਕੀਓ, ਗੁਰੂ ਕਿਤਕ ਪ੍ਰਕਾਰ। ਉਹਨਾਂ ਪੰਡਤਾਂ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਵੀ ਪੁੱਛਿਆ, ਕਹਿਣ ਲੱਗੇ ਜੀ ਗੁਰੂ ਕਿੰਨੀ ਤਰ੍ਹਾਂ ਦੇ ਨੇ? ਗੁਰੂਆਂ ਦੀਆਂ ਕਿੰਨੀਆਂ ਵੈਰਾਈਟੀਆਂ ਨੇ? ਗੁਰੂ ਕਿੰਨੀਆਂ ਜਾਤੀਆਂ ਦੇ ਨੇ? ਗੁਰੂਆਂ ਦੀਆਂ ਕਿੰਨੀਆਂ ਕਿਸਮਾਂ ਨੇ? ਹਾਂਜੀ। ਉਤਰ ਦੇਨੇ ਹੇਤ ਤਬ, ਭੁਲੈ ਗੁਰੂ ਉਦਾਰ। ਤਦੋਂ ਗੁਰੂ ਨਾਨਕ ਸਾਹਿਬ ਨੇ ਉੱਤਰ ਦਿੱਤਾ,
ਸਤਿਗੁਰੂ ਜੀ ਉਹਨਾਂ ਨੂੰ ਜਵਾਬ ਦਿੰਦੇ ਨੇ। ਹਾਂਜੀ, ਇਕ ਪੰਡਤ ਗੁਰ ਇਕ ਅਵਧੂਤਾ, ਮਹਾਪੁਰਖ ਇਕ ਜੇ ਮਤ ਪੂਤਾ। ਸਤਿਗੁਰੂ ਕਹਿੰਦੇ ਨੇ ਇੱਕ ਉਹ ਨੇ ਜਿਹੜੇ ਪੰਡਤ ਗੁਰੂ ਨੇ, ਇੱਕ ਉਹ ਨੇ ਜਿਹੜੇ ਅਵਧੂਤ ਨੇ, ਤਪਸਵੀ ਨੇ, ਇੱਕ ਜਿਹੜੇ ਨੇ ਉਹ ਮਹਾਪੁਰਖ ਨੇ ਜਿਨ੍ਹਾਂ ਦੀ ਮਤ ਬੜੀ ਪਵਿੱਤਰ ਹੈ। ਹਾਂਜੀ, ਲਖਿਆਨ ਸੁਨੋ ਭਿਨ ਮਨ ਮਾਨੋ, ਜੇ ਪੰਡਤ ਤਿਨ ਕੋ ਇਉ ਜਾਨੋ। ਸਤਿਗੁਰੂ ਕਹਿੰਦੇ ਜੇ ਇਹਨਾਂ ਦੇ ਲੱਛਣ, ਇਹਨਾਂ ਦੀਆਂ ਨਿਸ਼ਾਨੀਆਂ, ਇਹਨਾਂ ਦੀ ਪਹਿਚਾਣ, ਇਹਨਾਂ ਦੇ ਗੁਣ ਸੁਣਨੇ ਨੇ ਤੇ ਸੁਣੋ ਭਾਈ। ਪਹਿਲਾਂ ਮੈਂ ਤੁਹਾਨੂੰ ਦੱਸਦਾ ਵੀ ਪੰਡਤ ਗੁਰੂ ਕਿਹੋ ਜਿਹਾ ਹੁੰਦਾ ਹੈ। ਜਿਹੜੇ ਗੁਰੂ ਪੰਡਤਾਂ ਵਰਗੇ ਨੇ, ਜਿਹੜੇ ਗੁਰੂ ਦੀ ਸੰਗਿਆ ਪੰਡਤ ਗੁਰੂ ਹੈ, ਸਤਿਗੁਰੂ ਕਹਿੰਦੇ ਭਾਈ ਪਹਿਲਾਂ ਉਹ ਸੁਣ ਲਓ। ਹਾਂਜੀ, ਅਨ ਤਾਰੂ ਜਿਉ ਬਚਨ ਅਲਾਏ, ਨਦੀ ਪਾਰ ਤਟ ਹੋਤ ਲਖਾਏ। ਕਹਿੰਦੇ ਅਣ ਤਾਰੂ ਪੰਡਤ ਕੌਣ ਹੈ? ਜਿਹਨੇ ਵੇਦ ਪੜ੍ਹ ਲਏ। ਹੁਣ ਜਿਵੇਂ ਮੈਂ ਆ ਰੋਜ਼ ਹੀ ਕਥਾ ਸੁਣਾਉਣਾ ਤੁਹਾਨੂੰ। ਹੁਣ ਕਈ ਸੋਚਦੇ ਹੋਣੇ ਨੇ ਵੀ ਗਿਆਨੀ ਜੀ ਨੇ ਤੇ ਸਾਰਾ ਇਹ ਰਸ ਵੀ ਮਾਣ ਲਿਆ ਹੋਏਗਾ, ਅਵਸਥਾ ਵੀ ਬਹੁਤ ਉੱਚੀ ਹੋ ਗਈ ਹੋਏਗੀ, ਬਹੁਤ ਬ੍ਰਹਮ ਗਿਆਨ ਦੇ ਨੇੜੇ ਹੋਣਗੇ। ਨਹੀਂ ਭਾਈ, ਮੇਰੇ ਵਰਗਾ ਬੰਦਾ ਪੰਡਤ ਗੁਰੂ ਹੈ, ਪੜ੍ਹ ਲਿਆ ਤੇ ਸੁਣਾ ਦਿੱਤਾ। ਆਪਣਾ ਤਜਰਬਾ ਕੋਈ ਨਹੀਂ ਹੈ, ਆਪਣਾ ਐਕਸਪੀਰੀਅੰਸ ਕੋਈ ਨਹੀਂ ਹੈ, ਆਪਣਾ ਕੋਈ ਗਿਆਨ ਨਹੀਂ ਹੈ। ਹੁਣ ਜੋ ਮੈਂ ਤੁਹਾਨੂੰ ਸੁਣਾਉਣਾ, ਮੈਂ ਤੇ ਗੁਰੂ ਦੀਆਂ ਸਾਖੀਆਂ ਹੀ ਸੁਣਾਉਣਾ ਤੁਹਾਨੂੰ। ਇਹ ਸਾਖੀਆਂ ਇਹ ਗ੍ਰੰਥਾਂ ਦੇ ਵਿੱਚ ਲਿਖੀਆਂ ਹੋਈਆਂ ਨੇ। ਪੰਡਤ ਗੁਰੂ ਉਹ ਹੁੰਦੇ ਨੇ ਜਿਹੜੇ ਪੜ੍ਹਿਆ ਸੁਣਿਆ ਅੱਗੇ ਸੁਣਾ ਦਿੱਤਾ, ਕੁਝ ਪੜ੍ਹ ਲਿਆ, ਕੁਝ ਸੁਣ ਲਿਆ, ਅੱਗੋਂ ਆਪਣੇ ਸ਼ਬਦਾਂ ਦੇ ਵਿੱਚ ਉਹਨੂੰ ਵਰਣਨ ਕਰ ਦਿੱਤਾ। ਸਤਿਗੁਰੂ ਕਹਿੰਦੇ ਨੇ ਅਣ ਤਾਰੂ ਜਿਉ ਬਚਨ ਅਲਾਏ। ਉਹ ਵਿਅਕਤੀ ਜਿਹਨੂੰ ਖੁਦ ਤਰਨਾ ਨਹੀਂ ਆਉਂਦਾ, ਔਰ ਤਰਨ ਦੀਆਂ ਵਿਧੀਆਂ ਦੱਸ ਰਿਹਾ ਕਿ ਪਾਣੀ 'ਚ ਇਵੇਂ ਉਤਰਨਾ ਹੈ, ਪਾਣੀ 'ਚ ਹੱਥ ਇਵੇਂ ਮਾਰਨੇ ਨੇ, ਪੈਰ ਐਵੇਂ ਮਾਰਨੇ ਨੇ। ਹੁਣ ਜੇ ਮੈਂ ਤੁਹਾਨੂੰ ਇਹ ਦੱਸਣ ਲੱਗ ਜਾਂ ਵੀ ਹੈਲੀਕਾਪਟਰ ਕਿਵੇਂ ਉੱਡਦਾ ਹੈ ਤੇ ਮੈਂ ਕੀ ਦੱਸਾਂਗਾ ਤੁਹਾਨੂੰ? ਦੋ ਚਾਰ ਗੱਲਾਂ ਪੜ੍ਹੀਆਂ ਸੁਣੀਆਂ ਦੱਸ ਦਿਆਂਗਾ, ਪਰ ਅਸਲੀ ਕੌਣ ਦੱਸ ਸਕਦਾ? ਜਿਹੜਾ ਉਡਾਉਂਦਾ ਹੈ, ਜਿਹੜਾ ਪਾਇਲਟ ਹੈ। ਅਸਲ ਗਿਆਨ ਤੇ ਪਾਇਲਟ ਨੂੰ ਹੀ ਹੈ ਨਾ। ਅਣਤਾਰੂ ਜਿਹੜੇ ਨੇ ਜਿਵੇਂ ਉਹ ਬਚਨ ਲਾਉਂਦੇ ਨੇ, ਨਦੀ ਪਾਰ ਤਟ ਹੋਤ ਲਖਾਏ, ਪਰ ਉਹਨੂੰ ਨਹੀਂ ਪਤਾ ਅਸਲ ਵਿੱਚ ਤਰਨ ਦੀ ਗੱਲ ਉਹ ਦੱਸ ਸਕਦਾ ਹੈ ਜਿਨੇ ਇੱਕ ਵਾਰੀ ਨਦੀ ਪਾਰ ਕੀਤੀ ਹੋਵੇ। ਜਦੋਂ ਆਪਾਂ ਅੰਮ੍ਰਿਤਸਰ ਜਾਣਾ ਹੋਵੇ ਨਾ, ਆਪਾਂ ਉੱਥੇ ਸਰਾਂ 'ਚ ਕਮਰਾ ਲੈਣਾ ਹੋਵੇ, ਆਪਾਂ ਉੱਥੇ ਮੱਥਾ ਟੇਕਣਾ ਹੋਵੇ, ਆਪਾਂ ਉੱਥੇ ਅਖੰਡ ਪਾਠ ਕਰਾਉਣਾ ਹੋਵੇ, ਇੱਕ ਤਰੀਕਾ ਤੇ ਇਹ ਹੈ ਕਿ ਮੇਰੇ ਵਰਗੇ ਨੂੰ ਪੁੱਛ ਲਓ ਵੀ ਉੱਥੇ ਜੀ ਜਾਣ ਦਾ ਕੀ ਤਰੀਕਾ ਹੈ। ਮੈਂ ਕਹੂੰਗਾ ਜੀ ਤੁਸੀਂ ਆਪਣੀ ਗੱਡੀ ਲੈ ਜਾਓ। ਤੇ ਜੇ ਅਗਲਾ ਪੁੱਛੇ ਵੀ ਗਿਆਨੀ ਜੀ ਤੁਸੀਂ ਕਦੇ ਬਾਈ ਰੋਡ ਗਏ ਹੋ? ਨਹੀਂ ਮੈਂ ਗਿਆ ਤਾਂ ਨਹੀਂ ਕਦੇ। ਪਰ ਉਹਨੂੰ ਕੀ ਪਤਾ ਵੀ ਰਾਹ 'ਚ ਕਿੱਥੇ ਕਿੱਥੇ ਸੜਕ ਟੁੱਟੀ ਹੈ, ਕਿੱਥੇ ਕਿੱਥੇ ਰਾਹ 'ਚ ਟ੍ਰੈਫਿਕ ਜਾਮ ਹੁੰਦਾ ਹੈ। ਹੁਣ ਮੈਂ ਤਾਂ ਕਹੂੰਗਾ ਜੀ ਜਾਓ ਜੀ, ਉੱਥੇ ਬੜੇ ਕਮਰੇ ਨੇ ਜੀ, ਸਰਾਂ ਬੜੇ ਕਮਰੇ, ਤੁਹਾਨੂੰ ਜਾਂਦੇ ਹੀ ਕਮਰਾ ਮਿਲ ਜਾਏਗਾ। ਹੁਣ ਜਿਹੜੇ ਗਏ ਨੇ ਉਹਨਾਂ ਨੂੰ ਪਤਾ ਵੀ ਬਿਨਾਂ ਸਿਫਾਰਿਸ਼ ਤੋਂ ਕੁਝ ਨਹੀਂ ਹੁੰਦਾ। ਬੜਾ ਰੇਅਰ ਹੈ ਕਿ ਤੁਸੀਂ ਬਿਨਾਂ ਐਤਵਾਰ ਤੋਂ, ਬਿਨਾਂ ਗੁਰਪੁਰਬ ਤੋਂ, ਬਿਨਾਂ ਸੰਗਰਾਂਦ ਤੋਂ ਚਲੇ ਜਾਓ ਤੇ ਜ਼ਰੂਰ ਮਿਲ ਜਾਏਗਾ, ਨਹੀਂ ਤੇ ਫਿਰ ਸਿਫਾਰਿਸ਼ ਨਾਲ ਹੀ ਮਿਲੇਗਾ, ਕਿਉਂਕਿ ਉਹਨਾਂ ਦੀ ਵੀ ਮਜਬੂਰੀ ਹੈ। ਹੁਣ ਤੁਹਾਨੂੰ ਇੱਦਾਂ ਲੱਗੇਗਾ ਵੀ ਜਿੱਦਾਂ ਗਿਆਨੀ ਜੀ ਨਾ ਸਿਸਟਮ ਦੇ ਵਿਰੁੱਧ ਬੋਲ ਰਹੇ ਨੇ। ਨਹੀਂ, ਹੁਣ ਇਹਦਾ ਗੁੱਸਾ ਪਤਾ ਕੌਣ ਕਰਦਾ ਹੈ? ਜਿਹੜਾ ਸਿਫਾਰਸ਼ੀ ਕਮਰਾ ਲੱਭ ਰਿਹਾ ਹੈ, ਉਹ ਮੈਨੂੰ ਕਹਿ ਰਿਹਾ ਗਿਆਨੀ ਜੀ ਕਮਰਾ ਦਵਾ ਦਿਓ। ਵੀ ਪੁੱਛੋ ਵੀ ਜੇ ਉਹ ਖਾਲੀ ਨਹੀਂ ਰੱਖਣਗੇ ਤੇ ਸਿਫਾਰਸ਼ੀ ਨੂੰ ਕਿੱਥੋਂ ਮਿਲੇਗਾ? ਸਿਫਾਰਸ਼ੀਆਂ ਦੀ ਸਿਫਾਰਿਸ਼ ਪੂਰੀ ਕਰਨ ਵਾਸਤੇ ਵੀ ਕਮਰੇ ਖਾਲੀ ਰੱਖਣੇ ਪੈਂਦੇ ਨੇ। ਹੁਣ ਇਹ ਤਾਂ ਉੱਥੇ ਜਾਓਗੇ ਪਤਾ ਲੱਗਦਾ ਵੀ ਕਮਰਾ ਕਿੱਦਾਂ ਮਿਲਦਾ, ਮੱਥਾ ਕਿਵੇਂ ਟੇਕਿਆ ਜਾਂਦਾ। ਆਪਾਂ ਤਾਂ ਕਹਾਂਗੇ ਜੀ ਲਾਈਨ 'ਚ ਲੱਗ ਜਾਣਾ, ਮੱਥਾ ਟੇਕ ਲੈਣਾ, ਤੇ ਜਿਹਨੂੰ 2 ਘੰਟੇ ਲੱਗਦੇ ਨੇ ਉਹਨੂੰ ਪਤਾ ਲੱਗਦਾ ਵੀ 2 ਘੰਟਿਆਂ 'ਚ ਕੀ ਵਾਪਰਦਾ।
ਕਿੰਨੀ ਕੁ ਪਿਆਸ ਲੱਗਦੀ ਹੈ, ਕਿੰਨਾ ਕੁ ਬਾਥਰੂਮ ਆਉਂਦਾ ਰਾਹ 'ਚ। ਸਤਿਗੁਰੂ ਕਹਿੰਦੇ ਨੇ ਪੰਡਤ ਗੁਰੂ ਉਹ ਹੈ ਜਿਨ੍ਹਾਂ ਆਪ ਤਰਿਆ ਤੁਰਿਆ ਕੋਈ ਨਹੀਂ ਹੈ, ਪਰ ਲੋਕਾਂ ਨੂੰ ਦੱਸੀ ਜਾਂਦਾ ਜੀ ਨਦੀ ਇੱਦਾਂ ਪਾਰ ਕਰ ਲਓ ਜੀ, ਦਰਿਆ ਇੱਦਾਂ ਪਾਰ ਕਰ ਲਓ ਜੀ, ਸਮੁੰਦਰ ਇੱਦਾਂ ਪਾਰ ਕਰ ਲਓ ਜੀ। ਹਾਂਜੀ। ਤਰੋ ਤਾਹੇ ਹੋਵੈਂਗੇ ਪਾਰੂ, ਧਰ ਨਹਿ ਜਾਣੇ ਕਰੇ ਉਚਾਰੂ। ਇਸ ਕਰਕੇ ਤਰੋ ਤਾਹੇ ਹੋਵੈਂਗੇ ਪਾਰ, ਇਹ ਤਾਂ ਭਾਈ ਕੋਈ ਤਰੇਗਾ ਤੇ ਪਾਰ ਹੋਏਗਾ। ਕਿਨਾਰੇ ਤੇ ਖਲੋ ਕੇ ਨਦੀ ਦੀਆਂ ਗੱਲਾਂ ਕੀਤਿਆਂ ਨਦੀ ਪਾਰ ਨਹੀਂ ਹੋਇਆ ਕਰਦੀ। ਤਰਨੈ ਜਾਣੈ ਕਰੇ ਉਚਾਰ, ਤੇ ਦੱਸ ਕੌਣ ਰਿਹਾ ਜਿਹਨੂੰ ਖੁਦ ਤਰਨਾ ਨਹੀਂ ਆਉਂਦਾ। ਮੈਨੂੰ ਖੁਦ ਨਹੀਂ ਆਉਂਦਾ। ਹੁਣ ਮੈਂ ਤੁਹਾਨੂੰ ਦੱਸੀ ਜਾਵਾਂ ਜੀ ਸਵਿਮਿੰਗ ਕਿੱਦਾਂ ਕਰੀਦੀ ਹੈ, ਤੇ ਫਿਰ ਇਸ ਤੋਂ ਵੱਧ ਮੈਂ ਤੁਹਾਡਾ ਨੁਕਸਾਨ ਕੀ ਕਰ ਸਕਦਾ ਕਿ ਤੁਸੀਂ ਮੇਰੇ ਕਹਿ ਕੋ ਆਏ ਕਿਸੇ ਪੂਲ 'ਚ ਉਤਰ ਜਾਓ ਤੇ ਮੁੜ ਕੇ ਗੋਤੇ ਹੀ ਖਾਣੇ ਆ। ਤੇ ਜੇ ਮੈਨੂੰ ਤਰਨਾ ਆਉਂਦਾ ਹੋਵੇ, ਹੋ ਸਕਦਾ ਮੈਂ ਤੁਹਾਨੂੰ ਚੰਗੀ ਤਰ੍ਹਾਂ ਗਾਈਡ ਕਰ ਸਕਾਂ। ਇਸ ਕਰਕੇ ਪੰਡਤ ਗੁਰੂ ਉਹ ਹੈ ਜਿਹਨੇ ਸਿਰਫ ਪੜ੍ਹਾਈ ਕੀਤੀ ਹੈ, ਆਪ ਕੁਛ ਨਹੀਂ ਕੀਤਾ। ਇਧਰੋਂ ਪੜ੍ਹਿਆ ਉਧਰੋਂ ਪੜ੍ਹਿਆ ਤੇ ਸੁਣਾ ਦਿੱਤਾ। ਉਹ ਕੌਣ ਹੈ? ਉਹ ਪੰਡਤ ਗੁਰੂ ਹੈ। ਪਰ ਬੇੜੀ ਤੇ ਭਾਈ ਕੋਈ ਬਵੇਗਾ ਤੇ ਸਮੁੰਦਰ ਦਰਿਆ ਪਾਰ ਹੋਏਗਾ। ਹੁਣ ਬੇੜੀ ਕਿੱਥੋਂ ਮਿਲਦੀ ਹੈ? ਮਲਾਹ ਕਿੰਨੇ ਪੈਸੇ ਲੈਂਦਾ ਹੈ? ਬੇੜੀ ਕਿੰਨੇ ਵਜੇ ਚੱਲਦੀ ਹੈ? ਬੇੜੀ ਨੂੰ ਰਸਤੇ ਵਿੱਚ ਕਿੰਨੇ ਵਾਰੀ ਝਖੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਤੇ ਕੋਈ ਬੇੜੀ 'ਚ ਰੋਜ਼ ਬਹਿੰਦਾ ਹੋਵੇ ਤਾਂ ਉਹਨੂੰ ਪਤਾ ਹੈ। ਹਾਂਜੀ। ਆਪ ਨ ਕਰੇ ਦੇਤ ਉਪਦੇਸ਼ਾ, ਪੰਡਤ ਗੁਰ ਜਾਨੋ ਤੁਮ ਐਸਾ। ਜਿਹੜੇ ਲੋਕ ਆਪ ਨਹੀਂ ਜਾਣਦੇ ਲੋਕਾਂ ਨੂੰ ਉਪਦੇਸ਼ ਕਰਦੇ ਨੇ, ਉਹ ਪੰਡਤ ਗੁਰੂ ਨੇ। ਹਾਂਜੀ। ਵੇਦ ਪੁਰਾਨਨ ਕਰੇ ਬਖਿਆਨਾ, ਲੋਭ ਮੋਹ ਮੈਂ ਬੈਸ ਬਿਹਾਨਾ। ਐਸੇ ਲੋਕ ਵੇਦਾਂ ਦੀ ਪੁਰਾਣਾਂ ਦੀ ਕਥਾ ਤੇ ਸੁਣਾਉਂਦੇ ਨੇ, ਪਰ ਆਪ ਕਹਿੰਦੇ ਨੇ ਉਹ ਲੋਭ ਦੇ ਵਿੱਚ, ਮੋਹ ਦੇ ਵਿੱਚ, ਆਪ ਉਹ ਮਾਇਆ ਦੇ ਵਿੱਚ ਹੀ ਗਰਸੇ ਹੋਏ ਨੇ। ਹਾਂਜੀ। ਪੁੰਨ ਮਿਲਨ ਕੋ ਜਾਣੀਏ, ਹੂਤ ਨਰ ਦੇ ਗਿਆਨ। ਵੱਧ ਤੋਂ ਵੱਧ ਕੀ ਹੋਏਗਾ? ਪੁੰਨ ਮਿਲਣ ਕੋ ਜਾਣੀਏ, ਹੋਤ ਨ ਹਿਰਦੈ ਗਿਆਨ। ਵੱਧ ਤੋਂ ਵੱਧ ਪੰਡਤ ਦੇ ਦੱਸੇ ਕੰਮਾਂ ਨਾਲ ਤੁਹਾਨੂੰ ਪੁੰਨ ਕਰਨ ਦੀ ਵਿਧੀ ਮਿਲੇਗੀ। ਇਸ਼ਨਾਨ ਕਰ ਲਓ ਜੀ, ਦਾਨ ਕਰ ਲਓ ਜੀ, ਇਹ ਕੀ ਹੈ? ਪੁੰਨ ਕਰਮ ਨੇ, ਇਹਦੇ ਵਿੱਚ ਗਿਆਨ ਨਹੀਂ ਹੈ। ਹਵਨ ਕਰ ਲਓ ਜੀ, ਜਗ ਕਰ ਲਓ ਜੀ, ਇਹ ਕੀ ਹੈ? ਇਹ ਪੁੰਨ ਨੇ। ਇਹਨਾਂ ਵਿੱਚ ਸੋਝੀ ਸਮਝ ਗਿਆਨ, ਇਹਦੇ ਵਿੱਚ ਰੋਸ਼ਨੀ ਪ੍ਰਕਾਸ਼ ਕੁਛ ਵੀ ਨਹੀਂ ਹੈ। ਹਾਂਜੀ। ਪੁੰਨ ਜੋ ਹੈ ਅਵਤੂਤ ਗੁਰ, ਵਿਦਿਆ ਤੇ ਅਣਜਾਣ। ਦੂਜਾ ਅਵਤੂਤ ਗੁਰੂ ਹੈ, ਤਪਸਵੀ ਜਿਹਨੂੰ ਆਪਾਂ ਕਹਿੰਦੇ ਆ ਵੀ ਉਹਨੇ ਤਪ ਕੀਤੇ ਤੇ ਪਦਵੀ ਹਾਸਲ ਕਰ ਲਈ, ਪਰ ਉਹਨੂੰ ਗਿਆਨ ਨਹੀਂ, ਉਹਨੇ ਕਦੇ ਧਰਮ ਗ੍ਰੰਥ ਪੜ੍ਹੇ ਹੀ ਨਹੀਂ, ਪੜ੍ਹਾਈ ਲਿਖਾਈ ਉਹਦੇ ਕੋਲ ਨਹੀਂ ਹੈ। ਪੰਡਤ ਗੁਰੂ ਕੋਲ ਪੜ੍ਹਾਈ ਲਿਖਾਈ ਹੈ, ਅਵਤੂਤ ਗੁਰੂ ਕੋਲ ਪੜ੍ਹਾਈ ਲਿਖਾਈ ਨਹੀਂ ਹੈ, ਪਰ ਉਹਦਾ ਉਹਨੇ ਤਪੱਸਿਆ ਕੀਤੀ ਹੈ। ਹਾਂਜੀ। ਮਿਲਾ ਸੰਤ ਕੋ ਜੋਗੈ ਪਾਇਓ, ਭਇਓ ਗਿਆਨ ਉਰ ਮੋਹ ਮਿਟਾਇਓ। ਕਿਸੇ ਸੰਤ ਨੂੰ ਮਿਲਿਆ ਤੇ ਉਹਨੇ ਕੀ ਕੀਤਾ? ਗਿਆਨ ਹਾਸਲ ਕਰ ਲਿਆ, ਆਪਣੇ ਅੰਦਰ ਦਾ ਜਿਹੜਾ ਮੋਹ ਸੀ ਉਹਨੂੰ ਖਤਮ ਕਰ ਲਿਆ। ਹਾਂਜੀ। ਆਪ ਤਰੇ ਭਵ ਸਾਗਰ ਸੋਏ, ਔਰ ਉਦਾਰ ਨ ਤੇ ਤੇ ਹੋਏ। ਉਹ ਆਪ ਵੀ ਤਰਦਾ ਹੈ, ਉਹ ਦੂਜਿਆਂ ਨੂੰ ਵੀ ਭਵ ਸਾਗਰ ਤੋਂ ਤਾਰਦਾ। ਹੋਰ ਕੋਈ ਤਰੀਕਾ ਹੈ ਨਹੀਂ ਉਧਾਰ ਦਾ ਭਾਈ। ਹਾਂਜੀ। ਜਿਉ ਜਲ ਬਿਖੇ ਲਸ਼ਟ ਕਾ ਜਾਈ, ਆਪ ਤਰੇ ਨੈ ਔਰ ਤਰਾਈ। ਕਹਿੰਦੇ ਜਿਵੇਂ ਪਾਣੀ ਦੇ ਵਿੱਚ ਸੋਟੀ ਜਾਂਦੀ ਹੈ, ਉਹ ਜੇ ਸੋਟੀ ਦੇ ਉੱਤੇ ਬੰਦਾ ਬਵੇ ਜਾਂ ਸੋਟੀ ਨੂੰ ਫੜਨ ਦੀ ਕੋਸ਼ਿਸ਼ ਕਰੇ ਇੱਕ ਡੰਡੇ ਨੂੰ, ਤਾਂ ਕੀ ਭਾਈ ਉਹ ਆਪ ਤਰ ਸਕਦੀ ਹੈ ਕਿ ਜਾਂ ਦੂਜਿਆਂ ਨੂੰ ਤਾਰ ਸਕਦੀ ਹੈ? ਹਾਂਜੀ। ਪੁਨ ਜੇ ਮਹਾਪੁਰਖ ਗੁਰ ਜਾਨੋ, ਸਭ ਵਿਦਿਆ ਮੈਨੇ ਪੁਨ ਪਛਾਨੋ। ਪਰ ਜਿਹੜੇ ਗੁਰੂ ਮਹਾਪੁਰਖ ਨੇ ਉਹ ਤਾਂ ਵਿਦਿਆ ਦੇ ਵਿੱਚ ਨਿਪੁੰਨ ਨੇ,
ਦੇਖੋ ਜਿੰਨੇ ਗੁਰੂਆਂ ਦੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਣੀ ਹੈ, ਤੁਸੀਂ ਵੇਖੋ ਵੀ ਬਹੁਤੇ ਗੁਰੂ ਆਪ ਸਾਜ਼ ਵਜਾਉਂਦੇ ਸੀ, ਉਹਨਾਂ ਨੂੰ ਸੰਗੀਤ ਦੀ ਸੋਝੀ ਵੀ ਸੀ। ਉਹਨਾਂ ਨੇ ਰਾਗਾਂ ਵਿੱਚ ਬਾਣੀ ਉਚਾਰੀ ਹੈ, ਬਕਾਇਦਾ ਉਹਨਾਂ ਕੋਲ ਵਿਦਵਤਾ ਵੀ ਸੀ। तो गुरु जेड़ा है, महापुरख गुरु जेड़ा है, वो विद्वान है। सब विद्या में निपुण पछानो। गुरुआं दे कोल शस्त्र विद्या भी है। अवतूत जेड़ा सी वो दूजियां नूं तार नहीं सकिया, वो तो सिंगल सोटी तुरी जाती है पानी विच, आप तो उतर जाता है, पर कोई उस सोटी नूं फड़ के तरन की कोशिश करेगा तो डुब जाएगा, वो किसी नूं तार नहीं सकेगा। पर जिहड़ा महापुरख सतगुरु है वो विद्या दे विच निपुण है। गुरुआं दी बाणी पढ़ो, तुहानूं हर ज्ञान मिलेगा। आकाश लोक दीयां गल्लां, पताल लोक दीयां गल्लां, मात लोक दीयां गल्लां तुहानूं गुरु दसदे ने। गुरु नौवें पातशाह का शब्द सुनो कि काहे रे बन खोजन जाई, सर्ब निवासी सदा अलेपा, तो ही संग समाई। ओह पमद ज्यों बास बस्त है। रब तुहाडे विच किवें है? कहते जिवें फुल विच खुशबू है, ना कदे किसी ने वेखी है, ना ही कोई वेख सकेगा। पर जे सुगंधी नूं मानना चाहोगे तो अपने हथ विच फुल रख लो, भावें सारा दिन ही मानते रहो, जदों नक दे कोल करोगे उदों ही खुशबू आ जाएगी। शीशे दे विच परछावां है, जदों अगे जाओगे उदों ही तुहाडी छाया उहदे विचों तुहानूं नज़र आ जाएगी। तो महापुरख गुरु वो है जिहड़ा विद्या दे विच निपुण है। हाँ जी। तिनको मिलै मन जे जाई, हवै उदार सहजे गत पाई। गुरु जेड़ा महापुरख गुरु है, उहदे कोल जेड़ा भी मनुख जाएगा उहदी मुक्ति हो जाएगी। गुरु की करदा है? हुण साडी तां गलती भी असीं गुरु कोल आ गए हो, असीं कहने भी मैं गड्डी भावें जिवें मर्जी चलावां, शराब पी के चलावां, ओवर स्पीड चलावां, तू मैनूं गड्डी दे दे। असीं आउने आ गुरु कोल, असीं कहने रब नूं तू मुंडा दे दे, मैं भावें मुड़ के उहनूं स्टेजां ते नचाई जावां, भावें उहदा मूँह सिर मनाई जावां, भावें उहनूं मैं जिहड़े मर्जी रस्ते ते तोरा, तू मैनूं पुत्तर दे दे, बस अगली गल दा तेरा कोई मतलब नहीं। रोज़ आउने गुरु कोल, कहने जी पैसे दे दिओ, मैं भावें जुआ खेडा, मैं भावें उहदे नाल जाके ते निरतकारी वेखा, मैनूं पैसा दे दिओ। साडी हालत ये है। असीं कहने जी घर दे दिओ, पुछो करना की है? जिवें आपां रोज़ अरदास विच रोज़ ही सुणदे आ, सिखां नूं सिੱਖੀ दान, ठीक है जी। उस तो अगे की है? केस दान। भी केस दान ते मंग लै, ते ऐतवार दे ऐतवार मुड़ के ब्यूटी पार्लर चला जाना है, तो मंगदा ही क्यों है? तो उदा ही कह महाराज मैनूं रोडा पोडा जिहा खोदा जिहा बना दिओ, ना मेरे मूँह ते मुछां होण, ना मेरे मूँह ते दाढ़ी होवे, फिर समझ आएगी भी बंदा कितना भैड़ा लगता है। असी गुरु नूं कहने आ भी सानू चीज़ां दे दिओ, ते गुरु च एक फर्क है। गुरु कहता भी मैं तेनों चीज़ां दिना, पर मैं तेनों उन्हां दी वरतन दी जाच भी दसदा। तू मेरे कोलों घर भी लै जा, पुत्तर भी लै जा, कोठियां कारां भी लै जा, फैक्ट्रियां भी लै जा, धन दौलत भी लै जा, गुरु दिंदा, सब नूं दिंदा। जिहड़ा महापुरख सतगुरु है, तिन को मिले मानज जो जाई, हवै उधार सहजे गत पाई। उन्हां दी मुक्ति भी हो जाती है। उन्होंने गुरु एक गल समझाउंदा है कि नानक सतगुर भेटे है, पूरी होवै जुगत, हसंदियां खैलंदियां पहनंदियां खवंदियां, विचे होवे मुक्त।
ਗੁਰੂ ਤਾਂ ਨਹੀਂ ਕਹਿੰਦਾ ਵੀ ਕੱਪੜੇ ਨਹੀਂ ਪਾਉਣੇ। ਗੁਰੂ ਨੇ ਕੋਈ ਦੱਸਿਆ ਐਸਾ ਧਰਮ ਤੁਹਾਨੂੰ ਕਿ ਤੁਸੀਂ ਨੰਗੇ ਰਹਿਣਾ ਹੈ? ਗੁਰੂ ਤਾਂ ਨਹੀਂ ਕਹਿੰਦਾ ਵੀ ਘਰ-ਬਾਰ ਛੱਡ ਕੇ ਜਾ ਕੇ ਮੜੀਆਂ 'ਚ ਬੈਠੋ। ਸਤਿਗੁਰੂ ਤੇ ਕਹਿੰਦੇ ਨੇ ਸਗੋਂ ਆਖਿਆ ਕਰ, ਘਰ ਸੁਖ ਵਸਿਆ ਬਾਹਰ ਸੁਖ ਪਾਇਆ, ਕਹੋ ਨਾਨਕ ਗੁਰ ਮੰਤਰ ਦ੍ਰਿੜਾਇਆ। ਗੁਰੂ ਨੂੰ ਮਿਲੇਗਾ ਤੇ ਮੁਕਤੀ ਵੀ ਮਿਲੇਗੀ। ਗੁਰੂ ਪੁੱਤਰ ਦੇਵੇਗਾ ਤੇ ਨਾਲ ਕਵੇਗਾ ਇਹ ਨਿਸ਼ਾਨੀ ਹੈ, ਔਰਤ ਦੇਵੇਗਾ ਤੇ ਕਵੇਗਾ ਇਹ ਈਮਾਨ ਹੈ, ਧਨ ਦੇਵੇਗਾ ਤੇ ਕਵੇਗਾ ਇਹ ਗੁਜਰਾਨ ਹੈ। ਭਾਈ ਇਹਨੂੰ ਇਕੱਠਾ ਕਰਨਾ ਤੋਂ ਨਹੀਂ, ਇਹਦੇ ਨਾਲ ਆਪਣੇ ਜੀਵਨ ਦਾ ਗੁਜਰਾਨ ਕਰੀ। ਧਨ ਕੀ ਹੈ? ਇਹ ਤੇਰੀ ਵਰਤੋਂ ਭਾਜੀ ਹੈ। ਹਾਂਜੀ, ਜਹ ਉਪਦੇਸ਼ੈ ਦੇਹ ਗਿਆਨਾ, ਐਸੇ ਮਹਾਪੁਰਖ ਸੁਖ ਦਾਨਾ। ਜਿਹੜੇ ਉਪਦੇਸ਼ ਦਿੰਦੇ ਨੇ, ਜਿਹੜੇ ਗਿਆਨ ਦਿੰਦੇ ਨੇ, ਐਸੇ ਸਤਿਗੁਰੂ ਜਿਹੜੇ ਨੇ ਉਹ ਮਹਾਪੁਰਖ ਸਤਿਗੁਰੂ ਨੇ। ਇੱਕ ਅਵਤੂਤ ਗੁਰੂ ਹੈ, ਇੱਕ ਪੰਡਤ ਗੁਰੂ ਹੈ, ਇੱਕ ਮਹਾਪੁਰਖ ਗੁਰੂ ਹੈ। ਤੇ ਮਹਾਪੁਰਖ ਗੁਰੂ ਸਭ ਤੋਂ ਵੱਡਾ ਹੈ, ਜਿਹੜਾ ਤੁਹਾਨੂੰ ਖਾਣ ਤੋਂ ਨਹੀਂ ਰੋਕਦਾ, ਪਹਿਨਣ ਤੋਂ ਨਹੀਂ ਰੋਕਦਾ, ਘਰ ਮਕਾਨ ਬਣਾ ਕੇ ਰਹਿਣ ਤੋਂ, ਕੰਮ ਧੰਦੇ ਤੋਂ ਨਹੀਂ ਰੋਕਦਾ। ਉਹ ਤੇ ਕਹਿੰਦਾ ਭਾਈ ਖਾਣਾ ਪੀਣਾ ਪਵਿੱਤਰ ਹੈ। ਹਾਂਜੀ, ਤਿਨ ਕੇ ਦੇਖ ਅਚਾਰ ਨਰ, ਜੀ ਕੋ ਆਪ ਕਮਾਏ। ਸਤਿਗੁਰੂ ਜੀ ਕਹਿੰਦੇ ਨੇ ਕਿ ਹੈ ਕੋਈ ਭਾਈ ਜਿਹੜਾ ਉਸ ਗੁਰੂ ਦੇ ਦਰਸ਼ਨ ਕਰੇ, ਫਿਰ ਗੁਰੂ ਦੇ ਦੱਸੇ ਹੋਏ ਆਚਾਰ ਨੂੰ, ਚੱਜ ਨੂੰ ਆਪਣੇ ਜੀਵਨ ਵਿੱਚ ਕਮਾਉਣਾ ਕਰੇ। ਜੇ ਗੁਰੂ ਕੋਲ ਆਉਣਾ ਹੈ ਤੇ ਉਪਦੇਸ਼ ਇਹ ਹੈ ਕਿ ਗੁਰ ਕਹਿਆ ਸਾਕਾਰ ਕਮਾਵੋ, ਗੁਰ ਕੀ ਕਰਨੀ ਕਾਹੇ ਧਾਵੋ। ਹਾਂਜੀ, ਸਭ ਸਤ ਹੋਤ ਤਿਨ ਕੋ ਸਦਾ, ਜਮਪੁਰ ਸੋ ਨਹਿ ਜਾਏ। ਸਵਸਤ ਹੋਤ ਤਿਨ ਕੋ ਸਦਾ, ਉਹ ਲੋਕ ਜਿਹੜੇ ਨੇ ਸਦਾ ਉਹਨਾਂ ਦਾ ਕਲਿਆਣ ਹੈ, ਮੁਕਤੀ ਹੈ, ਤੇ ਉਹ ਕਦੇ ਜਮਪੁਰੀ ਨੂੰ ਵੀ ਨਹੀਂ ਜਾਂਦੇ। ਇਹ ਲੋਕ ਸੁਖੀਏ ਪਰ ਲੋਕ ਸੁਹੇਲੇ, ਇਹ ਉਹਨਾਂ ਗੁਰਮੁਖਾਂ ਨੂੰ ਮਿਲਦੇ ਨੇ ਜਿਹੜੇ ਮਹਾਪੁਰਖ ਸਤਿਗੁਰੂ ਦੇ ਦਰਸ਼ਨ ਕਰਦੇ ਨੇ, ਉਹਦੇ ਬਚਨ ਕਮਾਉਂਦੇ ਨੇ। ਹਾਂਜੀ, ਨਰ ਜੇ ਪਾਰ ਲੰਘਾਵਣ ਹੋਏ, ਪਾਰ ਕਰੈ ਕੇਵਟ ਸਮ ਸੋਏ। ਉਹ ਮਨੁੱਖ ਜਿਹੜੇ ਪਾਰ ਹੋਏ ਨੇ, ਪਾਰ ਕਰੇ ਕੇਵਟ ਸਮ ਸੋਏ, ਆਪ ਤਰਨ ਵਾਲਾ ਫਿਰ ਦੂਜਿਆਂ ਨੂੰ ਵੀ ਤਾਰਦਾ ਹੈ। ਜਿਹੜੇ ਆਪ ਡੁੱਬੇ ਨੇ ਉਹ ਤੁਹਾਨੂੰ ਕਿਵੇਂ ਬਚਾ ਸਕਦੇ ਨੇ ਭਾਈ? ਕਦੇ ਜਹਾਜ਼ ਦਾ ਸਫ਼ਰ ਕਰੋ ਨਾ, ਤੇ ਜਦੋਂ ਜਹਾਜ਼ ਉੱਡਣ ਦੀ ਤਿਆਰੀ ਕਰਦਾ ਹੈ ਤੇ ਉਦੋਂ ਇੱਕ 에ਅਰ ਹੋਸਟਸ ਕੁਝ ਨਿਯਮ ਦੱਸਦੀ ਹੈ। ਉਹ ਕਹਿੰਦੀ ਹੈ ਕਿ ਜੇ ਰਸਤੇ ਵਿੱਚ ਕੋਈ ਰੁਕਾਵਟ ਆਈ ਤੇ ਤੁਹਾਡੇ ਉੱਪਰ ਮਾਸਕ ਨੇ, ਉਹ ਥੱਲੇ ਆ ਜਾਣਗੇ ਆਪਣੇ ਆਪ। ਉਹਦੇ ਰਾਹੀਂ ਤੁਹਾਨੂੰ ਆਕਸੀਜਨ ਲੈਣੀ ਹੋਵੇਗੀ, ਉਹ ਮਾਸਕ ਤੁਸੀਂ ਆਪਣੇ ਮੂੰਹ ਤੇ ਚੜਾਉਣਾ ਹੈ। ਪਰ ਜੇ ਤੁਹਾਡੇ ਨਾਲ ਕੋਈ ਬਜ਼ੁਰਗ ਜਾਂ ਬੱਚਾ ਹੈ, ਉਹਦੇ ਵੀ ਤੁਸੀਂ ਚੜਾਉਣਾ ਹੈ। ਪਰ ਉਹਦੀ ਇੱਕ ਸ਼ਰਤ ਹੈ, ਸ਼ਰਤ ਇਹ ਹੈ ਵੀ ਉਹ ਮਾਸਕ ਪਹਿਲਾਂ ਬੱਚੇ ਦੇ ਨਹੀਂ ਚੜਾਉਣਾ, ਪਹਿਲਾਂ ਆਪਣੇ ਚੜਾਉਣਾ ਹੈ। ਵੀ ਜੇ ਤੁਸੀਂ ਵੇਖੋ ਜਿਹਦੀ ਆਕਸੀਜਨ ਘਟ ਜਾਏ, ਤੁਹਾਨੂੰ ਪਤਾ ਇੱਕ ਸੈਕਿੰਡ ਵਿੱਚ ਬ੍ਰੇਨ ਖਤਮ, ਜਿਹੜਾ ਡੈਡ ਹੋ ਜਾਂਦਾ। ਤੁਸੀਂ ਹਾਰਟ ਤੇ ਸੁਣਿਆ ਹੈ ਨਾ ਵੀ ਹਾਰਟ ਫੇਲ ਹੁੰਦਾ ਹੈ। ਇੱਕ ਸੈਕਿੰਡ ਤੋਂ ਵੀ ਘੱਟ ਟਾਈਮ ਅਗਰ ਆਕਸੀਜਨ ਬ੍ਰੇਨ ਨੂੰ ਨਾ ਮਿਲੀ, ਇਹ ਕੋਮਾ 'ਚ ਚਲਾ ਜਾਏਗਾ। ਇਹ ਬਹੁਤ ਖਤਰਨਾਕ ਹੈ। ਹਾਰਟ ਨੂੰ ਆਕਸੀਜਨ ਨਾ ਮਿਲੇ ਤੇ ਡਾਕਟਰ ਦੇ ਦਿੰਦੇ ਨੇ, ਮੂੰਹ ਨਾਲ ਮੂੰਹ ਲਾ ਕੇ ਦੇ ਦਿੰਦੇ ਨੇ, ਕਰੰਟ ਲਾ ਕੇ ਦੇ ਦਿੰਦੇ ਨੇ, ਬ੍ਰੇਨ ਨੂੰ ਨਹੀਂ ਦਿੱਤੀ ਜਾਂਦੀ। ਉੱਥੇ ਫਿਰ ਉਹ ਗੱਲ ਕਹੀ ਜਾਂਦੀ ਹੈ ਵੀ ਤੁਸੀਂ ਮਦਦ ਕਰਨੀ ਹੈ, ਬੱਚੇ ਤੇ ਬਜ਼ੁਰਗ ਦੀ ਵੀ ਕਰਨੀ ਹੈ, ਪਰ ਪਹਿਲਾਂ ਆਪਣੀ ਕਰਿਓ। ਜੇ ਉਹਨਾਂ ਦੀ ਕਰਦੇ ਕਰਦੇ ਤੁਸੀਂ ਖੁਦ ਬੇਹੋਸ਼ ਹੋ ਜਾਓ। ਇਸ ਕਰਕੇ
ਪਹਿਲਾਂ ਸਿੱਖ ਧਰਮ ਇਹ ਕਹਿੰਦਾ ਵੀ ਤੂੰ ਪਹਿਲਾਂ ਆਪ ਮੁਕਤ ਹੋ ਫਿਰ ਦੂਜੇ ਨੂੰ ਕਰੀ, ਪਹਿਲਾਂ ਆਪਣਾ ਭਲਾ ਕਰ ਫਿਰ ਦੂਜੇ ਦਾ ਕਰੀ। ਇੱਥੇ ਰਾਸ ਬਰਾਨੀ ਰੱਖ ਤੇ ਖਾਇਆ ਘਰ ਕਾ ਖੇਤ, ਲੋਕਾਂ ਦੀ ਰਾਖੀ ਕਰੀ ਜਾਂਦੇ ਆ, ਆਪਣਾ ਖੇਤ ਗਵਾਈ ਜਾਂਦੇ ਆ। ਹਾਂਜੀ। ਕਿਸੀ ਤੁਲਾ ਦੇ ਕੇ ਸ਼ਰਨਾਈ, ਕਿਸਹੂ ਨੌਕਾ ਦੇਤ ਚੜਾਈ। ਜਿਹੜਾ ਗੁਰੂ ਹੈ ਉਹ ਕੇਵਟ ਦੇ ਸਮਾਨ ਹੈ, ਮਲਾਹ ਦੇ ਸਮਾਨ। ਉਹ ਕਿਸੇ ਨੂੰ ਤੁਲਾ ਦੇ ਦਿੰਦਾ, ਕਿਸੇ ਨੂੰ ਬੇੜੀ ਦੇ ਦਿੰਦਾ। ਤੁਲਾ ਕੀ ਹੈ? ਜਿਹੜੇ ਲੋਕ ਦਰਿਆਵਾਂ ਦੇ ਕੰਢੇ ਖੇਤੀ ਕਰਦੇ ਨੇ, ਉਹਨਾਂ ਕੋਲ ਬੇੜੀਆਂ ਨਹੀਂ ਹੁੰਦੀਆਂ। ਉਹਨਾਂ ਨੇ ਕੁਝ ਲੱਕੜਾਂ ਇਕੱਠੀਆਂ ਕਰਕੇ ਨਾ ਆਪਸ ਵਿੱਚ ਬੱਧੀਆਂ ਹੁੰਦੀਆਂ ਨੇ, ਲੱਕੜਾਂ ਹੀ 5 7 10 ਲੱਕੜਾਂ ਇਕੱਠੀਆਂ ਕਰ ਲਈਆਂ, 20 ਕਰ ਲਈਆਂ, ਉਹਨਾਂ ਨੂੰ ਆਪਸ ਵਿੱਚ ਬੰਨ੍ਹ ਲਿਆ। ਉਹ ਜਦੋਂ ਨਦੀ 'ਚ ਸੁੱਟਦੇ ਨੇ ਉਹ ਡੁੱਬਦੀ ਨਹੀਂ ਲੱਕੜ, ਉਹਦੇ ਉੱਤੇ ਬਹਿ ਕੇ ਉਹ ਆਪ ਵੀ ਟੱਪ ਜਾਂਦੇ ਨੇ। ਉਹਨੂੰ ਤੁਲਹਾ ਕਹਿੰਦੇ ਨੇ। ਸਤਿਗੁਰੂ ਕਿਸੇ ਨੂੰ ਤੁਲਹਾ ਦਿੰਦੇ ਨੇ, ਕਿਸੇ ਨੂੰ ਬੇੜੀ ਦਿੰਦੇ ਨੇ। ਨਰ ਜੇ ਪਾਰ ਲੰਘਾਵਣ ਹੋਏ, ਪਾਰ ਕਰੇ ਕੇਵਟ ਸੰਭ ਸੋਏ। ਕਿਸੀ ਤੁਲਾ ਦੇ ਕਹਿ ਸਰਨਾਈ, ਕਿਸਹੂ ਨੌਕਾ ਦੇਤ ਚੜਾਈ। ਉਹ ਕਿਸੇ ਨੂੰ ਸਰਨਾਈ ਵੀ ਦਿੰਦੇ ਨੇ। ਹੁਣ ਇਹ ਕੀ ਹੈ? ਇਹ ਜਿਵੇਂ ਮੈਂ ਤੇ ਕਰਦਾ ਰਿਹਾ, ਹੁਣ ਪਤਾ ਨਹੀਂ ਤੁਸੀਂ ਕੀਤਾ ਕਿ ਨਹੀਂ ਕੀਤਾ। ਅਸੀਂ ਕੀ ਕਰਦੇ ਸੀ, ਜਦੋਂ ਗਰਮੀਆਂ 'ਚ ਮੱਝਾਂ ਲੈ ਕੇ ਜਾਈਦੀਆਂ ਸੀ ਨਾ, ਤੇ ਆਪਣੇ ਪਜਾਮੇ ਦੇ ਪਹੁੰਚੇ ਵੀ ਬੰਨ੍ਹ ਲੈਣੇ ਤੇ ਉੱਪਰੋਂ ਵੀ ਨਾਲੇ ਵਾਲਾ ਪਾਸਾ ਬੰਨ੍ਹ ਲੈਣਾ, ਤੇ ਉਹਨੂੰ ਪਾਣੀ 'ਚ ਸੁੱਟ ਕੇ ਗਿੱਲਾ ਕਰ ਲੈਣਾ। ਉਹਦੇ ਵਿੱਚ ਹੀ ਮੁੜ ਕੇ ਮੂੰਹ ਦੇ ਨਾਲ ਫੂਕ ਭਰ ਲੈਣੀ, ਉਹਦੇ ਉੱਤੇ ਬਹਿ ਕੇ ਫੇਰ ਤਰੀ ਜਾਣਾ। ਉਹ ਬੜੀ ਵਧੀਆ ਤਰਨ ਵਾਸਤੇ ਉਹ ਸੁਵਿਧਾ ਹੋ ਜਾਂਦੀ ਹੈ। ਪਰ ਇਹ ਤੇ ਉਹ ਹੈ ਨਾ ਜਿਹਦੇ ਕੋਲ ਕੁਝ ਵੀ ਨਹੀਂ ਹੈਗਾ। ਕਈ ਐਸੇ ਹੁੰਦੇ ਸੀ ਜਿਹੜੇ ਨਾਲ ਟਿਊਬ ਲੈ ਜਾਂਦੇ ਸੀ, ਟਰੈਕਟਰ ਦੀ ਟਿਊਬ ਲੈ ਗਏ, ਕਾਰ ਦੀ ਟਿਊਬ ਲੈ ਗਏ, ਉਹਦੇ 'ਚ ਹਵਾ ਭਰੀ, ਉਹਦੇ ਉੱਤੇ ਬਹਿ ਕੇ ਤਰ ਲਿਆ। ਇਸ ਤਰ੍ਹਾਂ ਇੱਕ ਫੂਕਣੀ ਹੁੰਦੀ ਸੀ ਜਿਹਦਾ ਨਾਂ ਇੱਥੇ ਕਵੀ ਜੀ ਨੇ ਸਰਨਾਈ ਲਿਖਿਆ। ਗੁਰੂ ਜਿਹੜਾ ਹੈ ਕਿਸੇ ਨੂੰ ਤੁਲਹਾ ਦਿੰਦਾ, ਕਿਸੇ ਨੂੰ ਸਰਨਾਈ ਦਿੰਦਾ, ਕਿਸੇ ਨੂੰ ਬੇੜੀ ਦਿੰਦਾ। ਸਰਨਾਈ ਕੀ ਹੈ? ਇਹ ਖੱਲ ਦੀ ਬਣੀ ਹੁੰਦੀ ਸੀ, ਉਹਦੇ 'ਚ ਹਵਾ ਭਰ ਦੇਣੀ, ਉਹਨੂੰ ਕਹਿਣਾ ਇਹਦੇ 'ਤੇ ਬਹਿ ਜਾ, ਜਾ ਪਾਰ ਲੱਗ ਜਾ। ਉਹ ਵੀ ਪਾਰ ਲੱਗ ਜਾਂਦੇ ਨੇ। ਤੋ ਸਮਰੱਥ ਗੁਰੂ, ਗੁਰਮੁਖ ਗੁਰੂ ਧਾਰਨ ਕਰੀਏ ਆਪਾਂ। ਅਯੁੱਧਿਆ ਦੇ ਨਿਵਾਸੀਆਂ ਨੂੰ ਗੁਰੂ ਸਾਹਿਬ ਨੇ ਗੁਰੂਆਂ ਦੀਆਂ 3 ਜਾਤੀਆਂ ਦਸੀਆਂ, ਪੰਡਤ ਗੁਰੂ, ਅਵਧੂਤ ਗੁਰੂ ਤੇ ਮਹਾਪੁਰਖ ਗੁਰੂ। ਉੱਤਮ ਜਿਹੜਾ ਹੈ ਉਹ ਮਹਾਪੁਰਖ ਗੁਰੂ ਹੈ, ਜਿਹੜਾ ਆਪ ਵੀ ਤਰੇਗਾ, ਤੁਹਾਨੂੰ ਵੀ ਤਾਰੇਗਾ। ਸਤਿਗੁਰੂ ਕਿਰਪਾ ਕਰਨ। ਅਗਲੀ ਕਥਾ ਆਪਾਂ ਕੱਲ ਗੁਰੂ ਕੀ ਗੋਦ ਵਿੱਚ ਬੈਠ ਕੇ ਸੁਣੀਏ। ਭੁੱਲਾਂ ਬਖਸ਼ੋ ਜੀ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।